ਕੱਲ ਉਹਨੇ ਪੀਤੀ ਹੋਈ ਸੀ ਪੱਕਾ। ਇਹ ਐਵੇਂ ਕੰਮ ਪਾਵਾਂ ਕੋਈ ਉਹਨੂੰ ਚੰਗੇ ਲਫ਼ਜ਼ਾਂ 'ਚ ਕਹਿ ਲਓ ਤੇ ਇਹ ਤੁਸੀਂ ਨਿੱਜੀ ਤੌਰ ਤੇ ਮਹਿਸੂਸ ਕਰਦੇ ਹੋ 100% ਐਕਟੀਵਿਟੀ ਦੇਖ ਕੇ ਉਹਨਾਂ ਦੀ 100% ਉਹਦੀ ਬਾਡੀ ਲੈਂਗੁਏਜ ਜਿਹੜੀ ਸੀਗੀ ਕੱਲ ਉਹ ਹੀ ਵਾਸ ਕੰਪਲੀਟਲੀ ਆਊਟ ਆਫ ਕੰਟਰੋਲ। ਤੁਹਾਨੂੰ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਹਾਰ ਸਕਦਾ ਸੀ? ਉਹਦਾ ਮੁੰਡਾ ਹਾਰ ਸਕਦਾ ਸੀ, ਉਹਨਾਂ ਦਾ ਪ੍ਰਾਹੁਣਾ ਹਾਰ ਸਕਦਾ ਸੀ, ਮੁੰਡੇ ਦਾ ਸਾਲਾ ਹਾਰ ਸਕਦਾ ਸੀ, ਭਤੀਜਾ ਹਾਰ ਸਕਦਾ ਸੀ। ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਨੇ ਜਿਹੜੇ ਪੀਣ ਦੇ ਆਦੀ ਹੁੰਦੇ ਨੇ ਇਹ ਆਪਣਾ ਕੌਨਫੀਡੈਂਸ ਲੈਵਲ ਵਧਾਉਣ ਵਾਸਤੇ ਵੀ ਪੀਂਦੇ ਨੇ। ਮੈਂ ਹੁਣ ਚੱਲਿਆ ਵਾਂ ਤੇ ਮੈਂ ਦੋ ਤਿੰਨ ਮਤਲਬ ਬੜੇ ਸ਼ਾਰਟਸ ਲਾ ਲਾਂ ਪੈਗ ਲਾ ਲਾਂ ਸੋ ਦੈਟ ਆਈ ਸਪੀਕ ਦ ਰਾਈਟ ਥਿੰਗ। ਬਾਬਾ ਸਾਹਿਬ ਕੋਲੇ ਪੈਸੇ ਖਤਮ ਹੋ ਗਏ ਸੀਗੇ, ਉਹਨਾਂ ਨੂੰ ਵਿਦੇਸ਼ ਵਾਲੀ ਪੜ੍ਹਾਈ ਛੱਡਣੀ ਪੈ ਗਈ ਸੀ। There's no big deal that he may be feeling even depressed. ਦਿੱਲੀ ਦੀ ਇਹਨਾਂ ਦੀ ਲੀਡਰਸ਼ਿਪ ਜਿਹੜੀ ਨਾ ਉਹ ਵੀ ਇਹਨੂੰ ਸ਼ਰਮਿੰਦਾ ਕਰ ਰਹੀ। ਆਉਣ ਵਾਲੇ ਸਮੇਂ 'ਚ ਇਹਨਾਂ ਦੀ ਖੜਕ ਪੈਣੀ ਆਪਸ ਔਰ ਮੇਰਾ ਗੱਲ ਕਿਤੇ ਨਾ ਕਿਤੇ ਉਹ ਮਾਹੌਲ ਜਾਣ ਕੇ ਪੈਦਾ ਕਰਨਗੇ। 6 ਮਹੀਨੇ ਜਾਂ ਸਾਲ ਦੇ ਵਿੱਚ ਕਹਿਣਗੇ ਨਹੀਂ ਅਸੀਂ ਮਨ ਤੋਂ ਬਦਲਣਾ ਚਾਹਤੇ ਹਾਂ, ਕਹਿ ਦੇਣਗੇ ਅਸੀਂ ਬੈਕਵਰਡ ਕਲਾਸ ਨੂੰ ਮੌਕਾ ਦੇਣਾ ਚਾਹੁੰਦੇ ਹਾਂ, ਅਸੀਂ ਦਲਿਤ ਨੂੰ ਮੌਕਾ ਦੇਣਾ ਚਾਹੁੰਦੇ ਹਾਂ। ਇਹ ਵਿਚਾਰਾ ਫਿਰ ਦਿਨ ਕੀ ਕਰਨਾ। ਹਰਪਾਲ ਸਿੰਘ ਚੀਮਾ ਦਾ ਦਾਅ ਲੱਗ ਸਕਦਾ ਹੈ। ਤੁਹਾਡੇ ਤੇ ਇਲਜ਼ਾਮ ਲੱਗਿਆ ਕਿ ਤੁਸੀਂ ਪਾਰਟੀ ਦੁਫਾੜ ਕੀਤੀ ਪਿਛਲੀ ਵਾਰੀ ਜਦੋਂ ਵਿਰੋਧੀ ਧਿਰ ਸੀਗੀ। ਜਿਹੜੇ ਬੰਦੇ ਤੁਹਾਡੇ ਨਾਲ ਆ ਗਏ ਚਲੋ ਉਹਨਾਂ ਨੇ ਤਾਂ ਆਪਣੀ ਹੋਣੀ ਸਮਝ ਹੀ ਲਈ ਸੀ ਕਿ ਕੀ ਹੋਣਾ ਸਾਡੇ ਨਾਲ ਜਾ ਕੇ, ਕਮਰ ਸੰਧੂ ਨਹੀਂ ਜਾਂ ਹੋਰ ਬੰਦੇ। ਜਿਹੜੇ ਪਿੱਛੇ ਰਹਿ ਗਏ ਉਹਨਾਂ ਚੋਂ ਵੀ ਮੀਤ ਹੇਰ ਤੇ ਦੂਜੇ ਹਰਪਾਲ ਸਿੰਘ ਚੀਮਾ ਨੂੰ ਹੀ ਜਿਹੜਾ ਹੈ ਕੁਝ ਨਾ ਕੁਝ ਫਾਇਦਾ ਮਿਲਿਆ। ਬਾਕੀਆਂ ਨੇ ਤਾਂ ਉਸ ਜਿਹੜਾ ਵਫਾਦਾਰੀ ਕਮਾਉਣ ਦਾ ਵੀ ਕੁਝ ਨਹੀਂ ਖੱਟਿਆ ਉਹਨਾਂ ਨੇ। ਵਜ਼ਾਰਤ ਵਿੱਚ ਪਹਿਲਾਂ ਸ਼ੁਰੂਆਤ ਵਿੱਚ ਭਗਵੰਤ ਮਾਨ ਨੇ ਆਪਣੀ ਮਰਜ਼ੀ ਕੀਤੀ। ਯੈਸ, ਇਹ ਜਿਹੜੇ 3-4 ਲੀਡਰ ਨਾਮ ਤੁਸੀਂ ਲੈਣੇ ਆ ਜੀ, ਇਹ ਭਗਵੰਤ ਨੂੰ ਬਾਈਪਾਸ ਕਰਕੇ ਸਿੱਧੇ ਦਿੱਲੀ ਹਾਈ ਕਮਾਂਡ ਨਾਲ ਇਨ ਟੱਚ ਸੀ। ਜਿਹੜਾ ਉਹਨਾਂ ਨੂੰ ਡ੍ਰੌਪ ਕਰਨ ਦਾ ਇਰਾਦਾ ਉਹ ਮੈਂ ਸਮਝਦਾ ਭਗਵੰਤ ਮਾਨ ਦਾ ਆਪਣਾ ਫੈਸਲਾ ਸੀ। ਤਜਰਬੇਕਾਰ ਟੀਮ, ਪਾਰਟੀ ਨਾਲ ਉਸ ਵਕਤ ਖੜਨ ਵਾਲੀ ਟੀਮ, ਜਦੋਂ ਆਮ ਆਦਮੀ ਪਾਰਟੀ ਚੋਂ ਹਰ ਕੋਈ ਕੁੰਡੀ ਪਾ ਕੇ ਵਿਧਾਇਕ ਨੂੰ ਮੱਛੀ ਵਾਂਗੂ ਕੱਢ ਕੇ ਆਪਣੀ ਪਾਰਟੀ ਸ਼ਾਮਲ ਕਰਨਾ ਚਾਹੁੰਦਾ ਸੀ। ਕੋਈ ਕਾਂਗਰਸ ਜਾ ਰਿਹਾ ਹੈ ਤਾਂ ਉਹਨਾਂ ਨੇ ਦੇਖਣਾ ਨਾ ਉਹਨਾਂ ਦੀ ਲੀਡਰਸ਼ਿਪ ਨੇ ਕਿ ਉਹ ਕਿੰਨੇ ਉਹਨਾਂ ਦੇ ਨਾਲ ਇਮਾਨਦਾਰ ਸੀ। ਵੈਸੇ ਤਾਂ ਮੈਂ ਗੱਲ ਦੱਸਾਂ ਕੈਮਰੇ ਤੇ ਕਹਿ ਰਿਹਾ ਜੀ, ਇਹ ਸਾਰੇ ਪਾਰਟੀ ਛੱਡਣ ਲਈ ਤਿਆਰ ਸੀ। ਕੀ ਭਗਵੰਤ ਮਾਨ ਸਾਹਿਬ ਅਜਿਹੀ ਸਥਿਤੀ 'ਚ ਜਦੋਂ ਚੁਫੇਰਿਓਂ ਉਹਨਾਂ ਨੂੰ ਘੇਰਾ ਪਿਆ ਹੋਇਆ ਹੈ, ਵਿਰੋਧੀ ਤਾਂ ਵਿਰੋਧੀਆਂ ਨੇ ਕਰਨਾ ਹੀ ਕਰਨਾ ਹੈ, ਪਰ ਲੱਗਦਾ ਕਿ ਆਪਣੀ ਪਾਰਟੀ ਵੀ ਉਹਨਾਂ ਦਾ ਜਲੂਸ ਕੱਢਣ 'ਚ ਕੋਈ ਕਮੀ ਨਹੀਂ ਛੱਡ ਰਹੀ, ਤਾਂ ਕਿਵੇਂ ਸਰਵਾਈਵ ਕਰਨਗੇ? ਹਾਲੇ ਮਹੀਨਾ ਨਹੀਂ ਹੋਇਆ। ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਅਗਰ ਉਹ ਰਸਤਾ ਦਿਖਾਵੇਗਾ ਭਾਰਤ ਵਿੱਚ ਤੇ ਪੰਜਾਬ ਹੀ ਦੁਬਾਰਾ ਦਿਖਾਊਗਾ। ਇੱਥੇ ਗੱਲ ਬੜੀ ਮਸ਼ਹੂਰ ਹੈ ਕਿ ਪੰਜਾਬ ਦੇ ਲੋਕ ਨਾ ਜਦੋਂ ਲੀਡਰ ਨੂੰ ਲਿਆਉਂਦੇ ਨੇ ਨਾ ਉਹ ਹਾਥੀ ਤੇ ਬਿਠਾ ਕੇ ਲਿਆਉਂਦੇ ਨੇ ਤੇ ਜਦੋਂ ਭੇਜਦੇ ਨੇ ਗਧੇ ਤੇ ਛੱਡ ਕੇ ਆਉਂਦੇ ਨੇ। ਪਰ ਤੁਹਾਨੂੰ ਸੀਐਲਪੀ ਦੇ ਲੀਡਰ ਦੇ ਅਹੁਦੇ ਲਈ ਤਾਂ ਨਹੀਂ ਵਿਚਾਰਿਆ ਗਿਆ ਕਿਉਂਕਿ ਤੁਸੀਂ ਪਾਰਟੀ ਛੱਡ ਗਏ ਸੀ ਤੇ ਫਿਰ ਵਾਪਸ ਆਏ ਹੋ। ਤੁਸੀਂ ਭਰੋਸਾ ਗਵਾ ਚੁੱਕੇ ਹੋ ਹਾਈ ਕਮਾਂਡ ਦਾ। ਰਾਤ ਪਾਤ ਦੇ ਪੱਤੇ ਨਹੀਂ ਚੱਲੇ, ਚਲਾ ਲਿਆ ਚੰਨੀ ਵਾਲਾ ਦੇਖ ਲਿਆ ਉਹਨਾਂ ਨੇ ਕਰਕੇ। ਕਾਂਗਰਸ ਨੇ ਕਿਤੇ ਸੋਚਿਆ ਨਹੀਂ, ਆਪਣੇ ਫੈਸਲੇ ਨਹੀਂ ਦੇਖੇ। ਪਹਿਲਾਂ ਦੁੱਲੋ ਸਾਹਿਬ ਬਣਾਏ ਸੀਗੇ, ਉਹ ਪੀਸੀਸੀ ਪ੍ਰੈਜ਼ੀਡੈਂਟ ਬਣੇ, ਆਪਣੀ ਸੀਟ ਹਾਰ ਗਏ। ਫਿਰ ਕੇਪੀ ਸਾਹਿਬ ਨੂੰ ਬਣਾਇਆ, ਉਹ ਪੀਸੀਸੀ ਪ੍ਰਧਾਨ ਬਣੇ, ਆਪਣੀ ਸੀਟ ਹਾਰ ਗਏ। ਹੁਣ ਚੰਨੀ ਸਾਹਿਬ ਨੂੰ ਬਣਾਇਆ, 2 ਸੀਟਾਂ ਲੜਾਈਆਂ, ਦੋਨੋਂ ਹਾਰ ਗਏ। ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸੁਖਪਾਲ ਸਿੰਘ ਖਹਿਰਾ ਉਹਨਾਂ ਨਾਲ। ਖਹਿਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਸਭ ਨੂੰ ਫਤਿਹ ਜੀ। ਮੌਜੂਦਾ ਐਮਐਲਏ ਤੇ ਸਾਬਕਾ ਨੇਤਾ ਵਿਰੋਧੀ ਧਿਰ। ਖਹਿਰਾ ਸਾਹਿਬ, ਜਿਸ ਪੋਜੀਸ਼ਨ 'ਚ ਅੱਜ ਭਗਵੰਤ ਮਾਨ ਨੇ, ਉਸੇ ਪੋਜੀਸ਼ਨ 'ਚ ਕਿਸੇ ਵੇਲੇ ਤੁਸੀਂ ਸੀ, ਯਾਨੀ ਕਿ ਉਸ ਧਿਰ ਦੇ ਨੇਤਾ, ਉਸ ਵਿਧਾਇਕ ਦਲ ਦੇ ਨੇਤਾ ਆਮ ਆਦਮੀ ਪਾਰਟੀ ਦੇ, ਜਿਸ ਦੇ ਉਹ ਭਾਵੇਂ ਮੁੱਖ ਮੰਤਰੀ ਦੀ ਹੈਸੀਅਤ 'ਚ ਨੇ, ਤੁਸੀਂ ਵਿਰੋਧੀ ਧਿਰ ਦੀ ਨੇਤਾ ਦੀ ਹੈਸੀਅਤ 'ਚੋਂ। ਦੋਵਾਂ ਪੋਜੀਸ਼ਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਇਹ ਪੋਜੀਸ਼ਨ ਕਿੰਨੀ ਕੁ ਜ਼ਿੰਮੇਵਾਰੀ ਵਾਲੀ ਹੈ? ਇਹ ਕਿੰਨਾ ਕੁ ਤੁਸੀਂ ਇਹਨੂੰ ਮੁਲਾਂਕਣ ਕਰ ਸਕਦੇ ਹੋ? ਚੀਫ ਮਿਨਿਸਟਰ ਦਾ ਆਫਿਸ ਪੋਜੀਸ਼ਨ ਤਾਂ ਸੁਪਰੀਮ ਹੈ, ਉਹ ਤਾਂ ਮਤਲਬ ਸਾਰੇ ਪੰਜਾਬ ਦੇ ਵਿੱਚ ਉਹਦੀ ਜ਼ਿੰਮੇਵਾਰੀ ਹੈ ਜੀ। ਜਿਹੜਾ ਲੀਡਰ ਆਫ ਆਪੋਜੀਸ਼ਨ ਹੈ, ਇਹ ਮੈਂ ਉਹਨੂੰ ਦੇਸੀ ਸ਼ਬਦਾਂ 'ਚ ਕਹਾਂ ਤਾਂ ਇੱਕ ਕਿਸਮ ਦਾ ਚੌਕੀਦਾਰ ਹੁੰਦਾ, ਜਿੱਦਾਂ ਪਿੰਡ 'ਚ ਇੱਕ ਚੌਕੀਦਾਰ ਰੱਖਿਆ ਤੁਸੀਂ, ਉਹਨੇ ਹੋਕਾ ਦੇਣਾ ਵਾ ਜਦੋਂ ਕੋਈ ਗੱਲ ਗਲਤ ਹੁੰਦੀ ਹੈ ਜੀ। ਤਾਂ ਇਹ ਪੰਜਾਬ ਦਾ ਚੌਕੀਦਾਰ ਹੈ। ਇਹ ਵੀ ਬੜੀ ਇੰਪੋਰਟੈਂਟ ਪੋਜੀਸ਼ਨ ਹੈ। ਇਸ ਪੋਜੀਸ਼ਨ 'ਚੋਂ ਤੁਸੀਂ ਬਹੁਤ ਲੋਕਾਂ ਦੇ ਹਕੂਕ ਦੀ ਗੱਲ ਕਰ ਸਕਦੇ ਹੋ ਅਗਰ ਤੁਹਾਡਾ ਦਿਲ ਚਾਹੇ ਤਾਂ। ਨੋਰਮਲ ਕੋਰਸ ਵਿੱਚ ਕੀ ਹੁੰਦਾ ਕਿ ਬਹੁਤੇ ਲੋਕ ਕੰਪਰੋਮਾਈਜ਼ ਮੋਡ 'ਚ ਰਹਿੰਦੇ ਨੇ। ਲੀਡਰ ਆਫ ਆਪੋਜੀਸ਼ਨ ਬਣ ਗਏ, ਸਰਕਾਰ ਵੀ ਚਾਹੁੰਦੀ ਆ ਕਿ ਸਾਡੇ ਨਾਲ ਥੋੜ੍ਹਾ ਬਹੁਤਾ ਰਲ ਮਿਲ ਕੇ ਚੱਲੇ, ਸਹੂਲਤਾਂ ਦੇ ਦਿਓ, ਗੱਡੀ ਮੋਟਰ ਕੋਠੀ ਜਿਹੜੀ ਚਾਹੁੰਦਾ, ਸਿਕਿਉਰਿਟੀ ਥੋੜ੍ਹੀ ਵੱਧ ਦੇ ਦਿਓ, ਲਾਮ ਲਸ਼ਕਰ, ਤੇ ਇਹਨੂੰ ਮੈਨੇਜ ਕਰਕੇ ਰੱਖੋ। ਹੁਣ ਡਿਪੈਂਡ ਕਰਦਾ ਇੰਡੀਵਿਜੂਅਲ ਟੂ ਇੰਡੀਵਿਜੂਅਲ। ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਆ, ਮੈਂ 1 ਸਾਲ ਹੀ ਰਿਹਾ ਹਾਂ ਜੀ, ਕਿਉਂਕਿ ਮੇਰੇ ਨਾਲ ਸਾਰਾ ਸਿਸਟਮ ਗੈਂਗ ਅਪ ਹੋ ਗਿਆ ਸੀਗਾ। ਜਦੋਂ ਉਹਨਾਂ ਨੇ ਦੇਖਿਆ ਕਿ ਇਹ ਕਾਫੀ ਇਫੈਕਟਿਵਲੀ ਕੰਮ ਕਰ ਰਿਹਾ, ਇੱਕ ਮਿਨਿਸਟਰ ਨੂੰ ਲੈ ਬੈਠਿਆ ਵਾ ਜੀ, ਤੇ ਜੇ ਇੱਦਾਂ ਚੱਲਦਾ ਰਿਹਾ ਤਾਂ 1-2 ਮਿਨਿਸਟਰ ਹੋਰ ਲੈ ਬੈਠੇਗਾ, ਤਾਂ ਉਹਦੇ 'ਚ ਉਸ ਗੈਂਗ ਅਪ ਵਿੱਚ ਗਵਰਨਮੈਂਟ ਤਾਂ ਇਨਵੋਲਵਡ ਸੀਗੀ, ਉਹਦੇ 'ਚ ਸਾਡੀ ਆਪਣੀ ਪਾਰਟੀ ਦੇ ਵੀ ਐਮਐਲਏ, ਸਾਡੀ ਆਪਣੀ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਕੇਜਰੀਵਾਲ, ਇਹ ਸਾਰੇ ਸ਼ਾਮਲ ਹੋ ਗਏ ਸੀਗੇ ਇਹਨੂੰ ਲਾ ਦਿਓ ਹੁਣ ਛੇਤੀ, ਵਰਨਾ ਮੈਨੂੰ ਉਦੋਂ ਲਾਉਣ ਦੀ ਕੋਈ ਤੁੱਕ ਨਹੀਂ। ਸੋ ਇਟਸ ਅ ਵੈਰੀ ਇੰਪੋਰਟੈਂਟ ਪੋਜੀਸ਼ਨ। ਇਹ ਸਵਾਲ ਖੈਰਾ ਸਾਹਿਬ ਮੈਂ ਇਸ ਕਰਕੇ ਪੁੱਛਿਆ ਕਿ
ਇਹ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਬਗਾਵਤ ਕਰਨੀ ਪਈ ਸੀ ਜਾਂ ਤੁਹਾਨੂੰ ਲਾਇਆ ਗਿਆ, ਤੁਹਾਡੇ ਬਾਰੇ ਕਿਹਾ ਗਿਆ, ਆਮ ਆਦਮੀ ਪਾਰਟੀ ਦਾ ਕਾਡਰ ਇਲਜ਼ਾਮ ਲਾਉਂਦਾ ਕਿ ਤੁਸੀਂ ਬਗਾਵਤ ਕੀਤੀ ਹੈ, ਤੁਹਾਡੀ ਪੱਖ ਦੇ ਲੋਕ ਕਹਿੰਦੇ ਨੇ ਖੁਦ ਮੁਖਤਿਆਰੀ ਦਾ ਝੰਡਾ ਚੁੱਕਣਾ ਬਿਲਕੁਲ ਜਾਇਜ਼ ਸੀ। ਉਸੇ ਪੋਜੀਸ਼ਨ 'ਚ ਭਗਵੰਤ ਮਾਨ, ਮੈਂ ਠੀਕ ਹੈ ਤੁਸੀਂ ਉਸ ਤਰੀਕੇ ਨਾਲ ਵਿਸਥਾਰ ਦੇਤਾ, ਜਵਾਬ ਦੇਤਾ ਸਵਾਲ ਦਾ, ਕੀ ਲੱਗਦਾ ਹੈ ਕਿ ਭਗਵੰਤ ਸਿੰਘ ਮਾਨ ਨੂੰ ਵੀ ਉਸੇ ਤਰ੍ਹਾਂ ਹੁਣ ਖੁਦ ਮੁਖਤਿਆਰੀ ਦਾ ਝੰਡਾ ਚੁੱਕਣ ਦੀ ਲੋੜ ਪਏਗੀ ਜਿਸ ਤਰ੍ਹਾਂ ਤੁਹਾਨੂੰ ਪਈ ਸੀ? ਹਾਂ, ਬੜਾ ਅੱਛਾ ਸਵਾਲ ਪੁੱਛਿਆ। ਦੇਖੋ, ਮੇਰਾ ਐਕਸਪੀਰੀਅੰਸ ਜਿਹੜਾ ਨਾ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਦੇ ਨਾਲ, ਜੀ, ਉਹ ਮਤਲਬ ਕਿ ਕੌੜਾ ਸੀਗਾ, ਕਿਉਂਕਿ ਉਹ ਹਰ ਗੱਲ ਨੂੰ ਮੈਨੇਜ ਕਰਨਾ ਚਾਹੁੰਦੇ ਨੇ। ਜਿਹੜੀ ਵੀ ਗੱਲ ਮੈਂ ਇੱਥੇ ਪੰਜਾਬ ਦੇ ਵਿੱਚ ਕਰ ਰਿਹਾ ਸੀਗਾ, ਉਹਨਾਂ ਦੀ ਕੋਸ਼ਿਸ਼ ਸੀ ਕਿ ਸਾਡੀ ਮਰਜ਼ੀ ਦੇ ਹਿਸਾਬ ਨਾਲ ਚੱਲੇ। ਜੀ, ਮੇਰਾ ਕੁਝ ਸੁਭਾਅ ਇੱਦਾਂ ਦਾ ਕਿ ਮੈਂ ਕਿਸੇ ਦਾ ਡਿਕਟੇਟ ਕੀਤੀ ਹੋਈ ਲਾਈਨ ਤੇ ਨਹੀਂ ਚੱਲ ਸਕਦਾ। ਆਈ ਐਮ ਵੈਰੀ ਇੰਡੀਪੈਂਡੈਂਟ ਪਰਸਨ। ਜੀ, ਹੁਣ ਭਗਵੰਤ ਮਾਨ ਤੇ ਵੀ ਉਹ ਇਸੇ ਤਰ੍ਹਾਂ ਹੀ ਕੰਟਰੋਲ ਰੱਖਦੇ ਆ। ਜਦੋਂ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਆ, ਯਾਦ ਕਰੋ ਜਦੋਂ ਕੇਜਰੀਵਾਲ ਨੇ ਬਿਕਰਮ ਮਜੀਠੇ ਤੋਂ ਮਾਫੀ ਮੰਗੀ ਸੀ, ਜੀ, ਕਿੱਡਾ ਸ਼ੋਰ ਮਚਿਆ ਸੀ। ਭਗਵੰਤ ਮਾਨ ਨੇ ਬਗਾਵਤ ਮਾਨ ਨੇ ਵੀ ਕੀਤੀ ਸੀ। ਅਸਤੀਫਾ ਦੇ ਦਿੱਤਾ, 1 ਸਾਲ ਅਸਤੀਫਾ ਦੇ ਕੇ ਚੁੱਪ ਕਰਕੇ ਬੈਠਾ ਰਿਹਾ। ਜੀ, ਤੇ ਫਿਰ ਜਦੋਂ ਮੈਨੂੰ ਇੱਕ ਦਿਨ ਦਿੱਲੀ, ਮੈਂ ਖਿਆਲ ਮਨੀਸ਼ ਸਿਸੋदिया ਨਾਲ ਗੱਲਬਾत हुई, वो कहना खैरा साहब आपने तो बहुत ज़्यादा बगावत कर दी, भगवंत मान ने तो हमारे से मशवरा करके इस्तीफा दिया था, कैलकुलेटेड, तो आपने भी हमारे से बात कर लेनी थी, थोड़ी देर के लिए विरोध कर लेते, फिर आप बाद में चलने। मैं कहा जी सिद्धांतक तौर पर तुहाडी गल गलत सीगी, मैं इदा कॉम्प्रोमाइज़ करके नहीं चल सकता। सो हुण भगवंत मान नूं जिहड़ी मुश्किलां आ रहीआं महीने डेढ़ महीने तुसीं नोटिस कीतीआं, जी, 2-3 गल्लां मैं हाईलाइट कर देना कि एक तां जिहड़े राज्य सभा दे मैंबर्स ने ਉਹ ਇਹਦੀ ਮਰਜ਼ੀ ਤੋਂ ਬਗੈਰ ਬਣੇ ਨੇ, ਜੀ, ਨਾ ਇਹ ਸਿਰਫ ਹਰਭਜਨ ਨੂੰ ਬਣਾਉਣਾ ਚਾਹੁੰਦਾ ਸੀਗਾ। ਬਾਕੀ 4 ਜਿਹੜੇ ਨੇ, ਰਾਘਵ ਚੱਡਾ, ਸੰਦੀਪ ਪਾਠਕ, ਉਹ ਮਿਸਟਰ ਅਰੋੜਾ ਤੇ ਨਾਲ ਇਹ ਲਵਲੀ ਯੂਨੀਵਰਸਿਟੀ ਵਾਲਾ, ਜੀ, ਇਹ ਸਾਰੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਬਣਾਏ। ਦੋਵਾਂ ਕੋਲ ਤਾਂ ਪੈਸੇ ਲਏ ਨੇ। ਕਿੰਨੇ ਕੋਲੋਂ ਜੀ? ਅਸ਼ੋਕ ਮਿੱਤਲ ਲਵਲੀ ਯੂਨੀਵਰਸਿਟੀ ਜਿਹਦਾ ਬਹੁਤ ਵੱਡਾ ਵਾਸਟ ਐਮਪਾਇਰ ਆ, ਜੀ, ਤੇ ਨਾਲ ਜਿਹੜਾ ਉਹ ਸਨੀ ਅਰੋੜਾ ਲੁਧਿਆਣੇ ਦਾ, ਜਿਹੜਾ ਉਹ ਪ੍ਰਾਪਰਟੀ ਡੀਲਰ ਹੈ, ਦਿੱਲੀ ਰਹਿੰਦਾ। ਪਰ ਉਹ ਤੁਹਾਨੂੰ ਕਹਿਣਗੇ ਤੁਸੀਂ ਸਾਬਤ ਕਰੋ, ਨਹੀਂ ਤਾਂ ਤੁਹਾਨੂੰ ਨੋਟਿਸ ਭੇਜ ਦਿਆਂਗੇ ਅਸੀਂ। ਭੇਜੀ ਤੁਸੀਂ ਜਾਣ। ਕਰਪਸ਼ਨ ਦੇ ਲਾ ਰਹੇ ਹੋ ਕਿ ਪਾਰਟੀ ਫੰਡ ਦੇ ਲਾ ਰਹੇ ਹੋ ਇਲਜ਼ਾਮ? ਨਹੀਂ, ਉਹ ਲੈਂਦੇ ਨੇ ਪੈਸੇ। ਅੱਗੇ ਉਹਨਾਂ ਨੇ 2 ਗੁਪਤੇ ਬਣਾਏ ਨੇ ਰਾਜ ਸਭਾ ਦੇ, ਚ ਉਹਨਾਂ ਦਾ ਕੀ ਲੈਣਾ ਦੇਣਾ ਸੀ? ਤੁਸੀਂ ਮੈਨੂੰ ਸਮਝਾਓ, ਲਵਲੀ ਯੂਨੀਵਰਸਿਟੀ ਦਾ ਤੇ ਸਨੀ ਅਰੋੜੇ ਦਾ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਨਾਲ ਕੀ ਰੋਲ ਹੈ? ਜੀ, ਕੋਈ ਉਹਨੇ ਕੰਮ ਕੀਤਾ ਹੋਵੇ, ਕੋਈ ਲਿਖਿਆ ਪੜਿਆ ਹੋਵੇ, ਕੋਈ ਯੋਗਦਾਨ ਪਾਇਆ ਹੋਵੇ? ਯੋਗਦਾਨ ਪਾਉਣ ਵਾਲੇ ਤਾਂ ਦਰੀਆਂ ਚੱਕਣ ਵਾਲੇ ਤਾਂ ਪਾਸੇ ਕਰਤੇ ਉਹਨਾਂ ਨੇ ਸਾਰੇ, ਜਿਹੜੇ ਵਿਚਾਰੇ ਪਰਚੇ ਦਰਜ ਕਰਾਉਂਦੇ ਰਹੇ, ਜਿਨ੍ਹਾਂ ਦੇ ਘਰ ਵਿਕ ਗਏ, ਕਈਆਂ ਦੀਆਂ ਪ੍ਰਾਪਰਟੀਆਂ ਵਿਕ ਗਈਆਂ, ਕਈਆਂ ਦੀਆਂ ਨੌਕਰੀਆਂ ਚਲੇ ਗਈਆਂ, ਉਹਨਾਂ ਚੋਂ ਕਿਸੇ ਨੂੰ ਕੱਢ ਕੇ ਦਿੰਦੇ ਨਾ। ਤਾਂ ਇਹਨਾਂ ਨੇ ਬਣਾਤੇ ਉਹ 2, ਜਿਹੜੇ ਦੂਜੇ 2 ਬਣਾਏ ਨੇ ਉਹ ਗੈਰ ਪੰਜਾਬੀ ਨੇ, ਰਾਘਵ ਚੱਡਾ ਤੇ ਸੰਦੀਪ ਪਾਠਕ। ਸੰਦੀਪ ਪਾਠਕ ਤਾਂ ਬੇਸਿਕਲੀ ਇੱਕ ਇਲੈਕਸ਼ਨ ਸਟ੍ਰੈਟੇਜਿਸਟ ਆ, ਪ੍ਰਸ਼ਾਂਤ ਕਿਸ਼ੋਰ ਦੇ ਨਾਲ ਕੰਮ ਕਰਦਾ ਸੀਗਾ, ਬਾਅਦ 'ਚ ਕੇਜਰੀਵਾਲ ਨਾਲ ਆ ਗਿਆ। ਤੇ ਰਾਘਵ ਚੱਡਾ ਜਿਹੜਾ ਉਹਨਾਂ ਦਾ ਪਾਰਟੀ ਦਾ ਚਲੋ ਕਾਰਕੁਨ ਹੈਗਾ ਵਾ ਜੀ, ਪਰ ਇਹ ਜਿਹੜੇ ਚਾਰੇ ਬਣਾਏ ਨੇ ਇਹ ਭਗਵੰਤ ਮਾਨ ਦੇ ਉੱਤੋਂ ਦੀ ਹੋ ਕੇ ਬਣਾਏ। ਨੰਬਰ 1। ਨੰਬਰ 2, CMO ਨੂੰ ਵੀ ਮੋਨੀਟਰ ਕਰ ਰਹੇ ਨੇ ਦਿੱਲੀੋਂ, ਉਹਦੀ ਹਰ ਗੱਲ ਨੂੰ, ਹਰ ਮੂਵਮੈਂਟ ਨੂੰ। ਹੁਣ ਜਿਹਦਾ ਫੈਸਲਾ ਬਿਜਲੀ ਦਾ ਲੈਣਾ ਸੀਗਾ, ਕਿੱਡਾ ਕੁ ਵੱਡਾ ਫੈਸਲਾ ਇਹ। 200 ਯੂਨਿਟ ਤਾਂ ਪਹਿਲਾਂ 27 ਲੱਖ ਪਰਿਵਾਰ ਨੂੰ 200 ਯੂਨਿਟ ਤਾਂ ਫ੍ਰੀ ਮਿਲ ਰਹੀ ਆ, 27 ਲੱਖ ਪਰਿਵਾਰ ਨੂੰ ਮੈਂ ਕਹਿ ਰਿਹਾ। ਜੀ, ਤੇ 100 ਯੂਨਿਟ ਹੀ ਐਡ ਕਰਨੀ ਸੀ ਨਾ ਗਰੀਬਾਂ ਵਾਸਤੇ। ਉਹ ਚੰਡੀਗੜ੍ਹ ਬੈਠ ਕੇ ਕਰ ਸਕਦੇ ਸੀ, ਲੇਕਿਨ ਕੇਜਰੀਵਾਲ ਨੇ ਸਾਰੇ ਅਫਸਰ ਦਿੱਲੀ ਸੱਦੇ, ਫਿਰ ਅਗਲੇ ਦਿਨ ਇਹਨੂੰ ਸੱਦਿਆ। ਦੈਟ ਸ਼ੋਜ਼ ਕਿ ਦੇ ਆਰ ਪੁਲਿੰਗ ਦ ਸਟ੍ਰਿੰਗਸ ਫਰੋਮ ਦਿੱਲੀ, ਨੰਬਰ 1। ਦੂਸਰਾ ਜਿਹੜਾ ਹੈਗਾ ਕਿ ਜਿਹੜੇ ਹੋਰ ਵੀ ਫੈਸਲੇ ਇਹਦੇ ਉੱਤੇ ਇਹਦੀ ਐਡਮਿਨਿਸਟ੍ਰੇਸ਼ਨ ਦੇ ਨੇ, ਤੁਸੀਂ ਗੌਰ ਕਰੋਗੇ ਜਿਹੜੀਆਂ ਬਦਲੀਆਂ ਵਗੈਰਾ ਹੈਗੇ ਨੇ, ਆਈ ਪਰਸਨਲੀ ਫੀਲ ਕਿ ਇਹ ਬਦਲੀਆਂ ਦਾ ਫ੍ਰੀ ਹੈਂਡ 100% ਭਗਵੰਤ ਕੋ ਨਹੀਂਗਾ। ਇਹ ਦਿੱਲੀੋਂ ਹੁਕਮ ਆ ਰਹੇ ਨੇ ਕਿ ਫਲਾਣੇ ਨੂੰ ਉੱਥੇ ਲਾ ਦਿਓ। ਕਹਿੰਦੇ ਨੇ ਕਿ ਰਾਘਵ ਚੱਡੇ ਨੂੰ ਮਿਲਣ ਦੀ ਲਾਈਨ ਬਹੁਤ ਲੱਗੀ ਪੰਜਾਬ ਦੇ ਅਫਸਰਸ਼ਾਹੀ ਦੀ। ਜੀ, ਸੋ ਇਹ ਹੁਣ ਉਹਦਾ ਇਮਤਿਹਾਨ ਦੀ ਘੜੀ ਆ ਕਿ ਤੂੰ ਕਿੰਨਾ ਇਹਨਾਂ ਨੂੰ ਆਪਣੇ ਉੱਤੇ ਹਾਵੀ ਹੋਣ ਦੇਣਾ ਵਾ। ਜਿੰਨਾ ਹੋਣ ਦੇਗਾ ਉਨਾ ਹੋਰ ਲੰਮੇ ਪਾਈ ਜਾਣਗੇ ਇਹ। ਜੀ, ਤਾਂ ਬਸ ਇਹੀ ਡਿਸਪਿਊਟ ਇਸ ਪਾਰਟੀ ਦਾ ਸਭ ਤੋਂ ਵੱਡਾ। ਹੁਣ ਸਾਰੇ ਕਈ ਕਹਿੰਦੇ ਜੀ ਕਾਂਗਰਸ ਵੀ ਦਿੱਲੀੋਂ ਚੱਲਦੀ, ਜੀ BJP ਵੀ, ਉਹ ਚੱਲਦੀ ਤਾਂ ਹੈ, ਪਰ ਤੁਸੀਂ ਮੈਨੂੰ ਦੱਸੋ ਕਦੀ ਸੋਨੀਆ ਗਾਂਧੀ ਨੇ ਜਾਂ ਰਾਹੁਲ ਗਾਂਧੀ ਨੇ ਪੰਜਾਬ ਦੇ ਚੀਫ ਸੈਕਟਰੀ ਨੂੰ ਆਪਣੇ ਕੋਲ ਬੁਲਾਇਆ ਕਿਸੇ ਫੈਸਲੇ ਲਈ? ਜਿਹੜਾ ਵੀ ਕੰਮ ਹੁੰਦਾ ਸੀ ਉਹ ਚੀਫ ਮਿਨਿਸਟਰ ਨਾਲ ਗੱਲ ਕਰਦੇ ਸੀ ਕਿ ਤੇ ਫੈਸਲਾ ਉਹ ਲਾਗੂ ਹੋ ਜਾਂਦਾ ਸੀਗਾ। ਜੀ, ਇਹਨਾਂ ਦਾ ਤਾਂ ਡਾਇਰੈਕਟ ਇੰਟਰਫੇਰੈਂਸ ਐਡਮਿਨਿਸਟ੍ਰੇਸ਼ਨ ਡੇ ਟੂ ਡੇ ਕਰ ਰਹੇ ਨੇ, which is absolutely unprecedented। ਦਰਸ਼ਕੋ, ਅਸੀਂ ਸੁਖਪਾਲ ਸਿੰਘ ਖਹਿਰਾ ਉਹਨਾਂ ਨਾਲ ਗੱਲ ਕਰ ਰਹੇ ਹਾਂ। ਖਹਿਰਾ ਸਾਹਿਬ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ। ਗੱਲਾਂ ਖਹਿਰਾ ਸਾਹਿਬ ਨਾਲ ਹੋਰ ਬਹੁਤ ਹੋ ਸਕਦੀਆਂ ਨੇ, ਇਹਨਾਂ ਦੀ ਆਪਣੀ ਪਾਰਟੀ ਬਾਰੇ ਹੋ ਸਕਦੀਆਂ ਨੇ, ਨਵੇਂ ਪ੍ਰਧਾਨ ਬਣਾਏ ਨੇ ਰਾਜਾ ਵੜਿੰਗ, ਉਹਨਾਂ ਬਾਰੇ ਹੋ ਸਕਦੀਆਂ ਨੇ, ਨਵਜੋਤ ਸਿੰਘ ਸਿੱਧੂ ਬਰਾਬਰ ਪੈਰਲਲ ਚੱਲਦੇ ਨੇ ਪ੍ਰਧਾਨ ਸਾਹਿਬ ਦੇ, ਉਹਨਾਂ ਬਾਰੇ ਹੋ ਸਕਦੀਆਂ ਨੇ। ਪਰ ਮੈਂ ਤੁਹਾਡੇ ਤੋਂ ਵੀ ਇਜਾਜ਼ਤ ਲੈਂਦਾ ਹੋਇਆ ਖਹਿਰਾ ਸਾਹਿਬ ਨਾਲ ਇੱਥੋਂ ਤੱਕ ਹੀ ਸੀਮਤ ਰੱਖਣਾ ਚਾਹੁੰਦਾ ਹਾਂ ਗੱਲਬਾਤ ਨੂੰ ਕਿ ਭਗਵੰਤ ਸਿੰਘ ਮਾਨ ਦੇ ਅੱਗੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਆ ਸਕਦੀਆਂ ਨੇ ਵਿਦਿਨ ਪਾਰਟੀ, ਤੇ ਕਿਸ ਤਰ੍ਹਾਂ ਉਹਨਾਂ ਨੂੰ ਹੈਂਡਲ ਕਰ ਸਕਦੇ ਨੇ। ਤੇ ਬਾਕੀ ਦੀ ਵੀ ਜੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਟੀਮ ਹੈ, ਅਸੀਂ ਖਹਿਰਾ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਰਾਜਨੀਤਿਕ ਵਖਰੇਵਾਂ ਦੇ ਉੱਤੇ ਉੱਠ ਕੇ ਜ਼ਰੂਰ ਉਸ ਮਸ਼ਵਰੇ 'ਚ ਜਾਂ ਉਸ ਸਲਾਹ ਮਸ਼ਵਰੇ 'ਚ ਸ਼ਾਮਲ ਹੋਣ ਕਿ ਜਿਸ ਨਾਲ ਭਗਵੰਤ ਸਿੰਘ ਮਾਨ ਇੱਕ ਸਫਲ ਮੁੱਖ ਮੰਤਰੀ ਦੇ ਤੌਰ ਤੇ ਕਾਮਯਾਬ ਹੋ ਸਕਣ। ਜ਼ਰੂਰੀ ਸੀ ਮੇਰਾ ਦਰਸ਼ਕਾਂ ਨਾਲ ਇਹ ਸਾਂਝ ਕਰਨੀ। ਮੈਂ ਅਗਲਾ ਸਵਾਲ ਇਹ ਲੈ ਕੇ ਆਉਣਾ ਚਾਹੁੰਦਾ, ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਵੈਸੇ? ਮੈਂ ਉਸ ਤੋਂ ਬਾਅਦ ਮੇਰਾ ਸਵਾਲ ਇਹ ਹੈ ਕਿ ਭਗਵੰਤ ਸਿੰਘ ਮਾਨ ਦੀ ਤਾਂ ਗੱਲ ਹੋ ਗਈ, ਤੁਸੀਂ ਤੁਹਾਡੇ
ਤੇ ਇਲਜ਼ਾਮ ਲੱਗਿਆ ਕਿ ਤੁਸੀਂ ਪਾਰਟੀ ਦੁਫਾੜ ਕੀਤੀ ਪਿਛਲੀ ਵਾਰੀ ਜਦੋਂ ਵਿਰੋਧੀ ਧਿਰ ਸੀਗੀ। ਜਿਹੜੇ ਬੰਦੇ ਤੁਹਾਡੇ ਨਾਲ ਆ ਗਏ ਚਲੋ ਉਹਨਾਂ ਨੇ ਤਾਂ ਆਪਣੀ ਹੋਣੀ ਸਮਝ ਹੀ ਲਈ ਸੀ ਕਿ ਕੀ ਹੋਣਾ ਸਾਡੇ ਨਾਲ ਜਾ ਕੇ, ਕਮਰ ਸੰਧੂ ਨਹੀਂ ਜਾਂ ਹੋਰ ਬੰਦੇ। ਜਿਹੜੇ ਪਿੱਛੇ ਰਹਿ ਗਏ ਉਹਨਾਂ ਚੋਂ ਵੀ ਮੀਤ ਹੇਰ ਤੇ ਦੂਜੇ ਹਰਪਾਲ ਸਿੰਘ ਚੀਮਾ ਨੂੰ ਹੀ ਜਿਹੜਾ ਹੈ ਕੁਝ ਨਾ ਕੁਝ ਫਾਇਦਾ ਮਿਲਿਆ, ਬਾਕੀਆਂ ਨੇ ਤਾਂ ਉਸ ਜਿਹੜਾ ਵਫਾਦਾਰੀ ਕਮਾਉਣ ਦਾ ਵੀ ਕੋਈ ਕੁਝ ਨਹੀਂ ਖੱਟਿਆ ਉਹਨਾਂ ਨੇ। ਉਹਨਾਂ ਵਾਸਤੇ ਕਿਸ ਤਰ੍ਹਾਂ ਲੱਗਦਾ ਕਿ ਅੰਦਰ ਮਾਹੌਲ ਕਿਸ ਤਰ੍ਹਾਂ ਰਹੇਗਾ ਹੁਣ? ਦੇਖੋ ਨੀਲ, ਮੈਂ ਕੋਈ ਅਮਨ ਅਰੋੜਾ, ਬਲਜਿੰਦਰ ਕੌਰ, ਮੈਂ ਕੋਈ ਪਾਰਟੀ ਤੋੜੀ ਥੋੜੋ ਸੀਗੀ। ਤੁਹਾਡੇ ਤੇ ਇਲਜ਼ਾਮ ਹੈ। ਹਾਂ, ਇਲਜ਼ਾਮ ਤਾਂ ਦੇਖੋ ਉਹਨਾਂ ਨੇ ਕੋਈ ਨਾ ਕੋਈ ਤਾਂ ਲਾਉਣਾ ਸੀ ਨਾ ਜੀ। ਜਦੋਂ ਮੈਨੂੰ ਰਿਪਲੇਸ ਕਰਨਾ ਉਹਨਾਂ ਕੋਲ ਕੋਈ ਆਰਗੂਮੈਂਟ ਨਹੀਂ ਸੀ ਜੀ। ਫਿਰ ਉਹਨਾਂ ਨੇ ਆਰਗੂਮੈਂਟ ਦਿੱਤੀ ਕਿ ਅਸੀਂ ਇੱਕ ਦਲਿਤ ਨੂੰ ਮੌਕਾ ਦੇਣਾ ਚਾਹੁੰਦੇ, ਇਸ ਕਰਕੇ ਖਹਿਰਾ ਸਾਹਿਬ ਨੂੰ ਹਟਾਇਆ ਵਾ। ਤੇ ਮੈਨੂੰ ਦਿੱਲੀ ਬੁਲਾ ਲੈਂਦੇ, ਇੰਨਾ ਟਵਿੱਟਰ ਤੇ ਕੱਢਣ ਨਾਲੋਂ ਮੈਨੂੰ ਦਿੱਲੀ ਸੱਦਦੇ, ਸਾਰੇ ਐਮਐਲਏ ਦੀ ਮੀਟਿੰਗ ਸੱਦਦੇ, ਉਹਨੂੰ ਕਹਿੰਦੇ ਜੀ ਅਸੀਂ ਹੁਣ ਚੇਂਜ ਕਰਨਾ ਚਾਹੁੰਦੇ। ਮੈਂ ਕੀ ਕਰਾਉਣਾ ਸੀ ਇਹਨਾਂ ਦੇ ਅਹੁਦੇ ਤੋਂ? ਆਈ ਵੁੱਡ ਹੈਵ ਜਸਟ ਗਿਵਨ ਇਨ ਮਾਈ ਰੈਜ਼ਿਗਨੇਸ਼ਨ। ਪਰ ਇਹਨਾਂ ਦਾ ਜਿਹੜਾ ਤਰੀਕੇਕਾਰ ਸੀ ਨਾ ਉਹ ਬਹੁਤ ਹਰਟਫੁਲ ਸੀਗਾ, ਮਤਲਬ ਉਹ ਤੁਹਾਡੀ ਪੱਗ ਲਾਉਣ ਤੱਕ ਜਾਂਦੇ ਸੀਗੇ। ਇਸ ਕਰਕੇ ਮੈਂ ਉਦੋਂ ਸਟੈਂਡ ਲਿਆ, ਮੇਰੇ ਨਾਲ ਕੁਝ ਐਮਐਲਏਜ਼ ਨੇ ਸਟੈਂਡ ਲਿਆ। ਉਹ ਸਾਰਾ ਕੁਝ ਆਰਗੈਨਿਕ ਸੀਗਾ, ਜਿੱਦਾਂ ਹੁੰਦਾ ਨਾ ਇਵੈਂਟ ਦੇ ਨਾਲ ਇਵੈਂਟ ਜੁੜਦਾ ਗਿਆ, ਸੁਭਾਵਕ ਸੀ। ਹਾਂ, ਉਹ ਕੁਦਰਤੀ ਸਭ ਕੁਝ ਉਸ ਵੇਲੇ ਦੇ ਹਾਲਾਤਾਂ ਅਨੁਸਾਰ ਹੋਇਆ। ਸੋ ਇੱਕ ਤਾਂ ਇਹਨਾਂ ਦਾ ਬਿਆਨ ਜਿਹੜਾ ਹੈ ਕਿ ਪਾਰਟੀ ਤੋੜਨੀ ਸੀ, ਗਲਤ ਸੀਗਾ। ਅਸਲ ਗੱਲ ਇਹ ਆ ਕਿ ਪਾਰਟੀ ਮੇਰੇ ਵਾਸਤੇ ਹੈ ਹੀ ਨਹੀਂ ਸੀਗੀ। ਮੈਂ ਚਲੇ ਤਾਂ ਗਿਆ ਸੀਗਾ, ਮੈਂ ਜਦੋਂ 2015 ਦੀ ਦਸੰਬਰ 'ਚ ਗਿਆ ਤੇ ਮੈਨੂੰ ਜਾਣ ਤੋਂ ਬਾਅਦ ਮਹੀਨੇ ਡੇਢ ਬਾਅਦ ਇਹ ਅਹਿਸਾਸ ਹੋ ਗਿਆ ਕਿ ਇਹ ਤਾਂ ਬਹੁਤ ਜ਼ਿਆਦਾ ਕੰਟਰੋਲਡ ਪਾਰਟੀ ਆ। ਕਾਂਗਰਸ ਵਿੱਚ ਤਾਂ 100 ਗੁਣਾ ਇਹਦੇ ਨਾਲੋਂ ਚੰਗੀ ਖੁੱਲ੍ਹ ਹੈ, ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ, ਜੋ ਮਰਜ਼ੀ ਕਰ ਸਕਦੇ ਹੋ। ਯਾਦ ਕਰੋ ਜਦੋਂ ਬੈਬਲ ਕਲਾਂ 'ਚ ਕਤਲ ਹੋਏ ਸੀ 2, ਉਹਨਾਂ ਦੇ ਭੋਗ ਤੇ ਜੀ ਮੈਂ ਗਿਆ ਸੀ। ਮੈਂ ਕਾਂਗਰਸ ਦਾ ਲੀਡਰ ਸੀਗਾ, ਐਮਐਲਏ ਸੀਗਾ। ਸੋ ਮੈਂ ਉਹਨਾਂ ਦੇ ਭੋਗ ਤੇ ਗਿਆ, ਮੈਨੂੰ ਕਿਸੇ ਨੇ ਰੋਕਿਆ ਨਹੀਂ। ਮੈਂ ਬਰਗਾੜੀ ਦੀ ਗੱਲ, ਮੈਂ ਈਵਨ ਵਿਦਨ ਕਾਂਗਰਸ ਜਿਹੜੇ ਕੁਝ ਗਲਤ ਕੰਮ ਹੋ ਰਹੇ ਸੀਗੇ, ਆਈ ਯੂਜ਼ਡ ਟੂ ਕੀਪ ਔਨ ਰੇਜ਼ਿੰਗ, ਮੈਨੂੰ ਕਦੀ ਕਿਸੇ ਨੇ ਕੁਝ ਨਹੀਂ ਕਿਹਾ। ਇੱਥੇ ਤਾਂ ਹਰ ਇੱਕ ਗੱਲ ਤੁਹਾਡੇ ਤੋਂ ਛੋਟੀ ਛੋਟੀ ਗੱਲ ਵੀ ਇਹ ਮੋਨੀਟਰ ਕਰਦੇ। ਤੁਹਾਨੂੰ ਯਾਦ ਹੋਣਾ ਕਰੀ 2020 ਰੈਫਰੈਂਡਮ ਦਾ ਮਸਲਾ ਉੱਠਿਆ ਸੀ ਪੰਜਾਬ 'ਚ, ਤੇ ਮੈਂ ਸਿਰਫ ਇਹ ਗੱਲ ਕਹੀ ਮੀਡੀਆ ਨੂੰ ਕਿ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਇਹ ਪਤਾ ਲਗਾਉਣਾ ਚਾਹੀਦਾ ਵੀ ਇਹ ਕਿਉਂ ਮੰਗ ਉੱਠ ਰਹੀ ਆ। ਪੰਜਾਬ ਦੇ ਜਾਂ ਪੰਜਾਬੀ ਜਾਂ ਸਿੱਖ ਜਿਹੜੇ ਨੇ ਉਹ ਨਾਰਾਜ਼ ਕਿਉਂ ਨੇ ਸਰਕਾਰਾਂ ਨਾਲ। ਜੀ। ਸਿਰਫ ਇੰਨੀ ਗੱਲ ਕਹੀ, ਸ਼ੋਰ ਮਚਿਆ। ਮੈਨੂੰ ਮਨੀਸ਼ ਸਿਸੋਦੀਆ ਦਾ ਟੈਲੀਫੋਨ ਆਇਆ, ਮੈਨੂੰ ਕਹਿੰਦਾ ਆਪ ਤਾਂ ਹਮਾਰਾ दिल्ली में हिंदू वोट बैंक खराब कर रहे हो। मैं कहा जी आपके वोट बैंक को देख के मैं अपना पंजाब खराब कर दूँ? मैं तो वो गल करनी जो साडी स्टेट नूं हैगी है। तो मैं कहा मैं तुसी मेरी इंटरव्यू चंगी तरह सुनी नहीं, मैं तो कह रहा कि पंजाब नाल जिहड़ी डिस्क्रिमिनेशन हुई है एवर सिंस इंडिपेंडेंस, साडे पानी, साडी राजधानी, साडे पंजाबी बोलदे लागे, बंदी ਸਿੰਘਾਂ ਦੀ रिहाई, ਇਹ ਸਾਰੇ ਮਸਲੇ ਹੌਲੀ ਹੌਲੀ ਕਰਦੇ ਕਰਦੇ ਲੋਕਾਂ ਦੇ ਜਜ਼ਬਾਤ ਜਿਹੜੇ ਨੇ ਉਹ ਬਹੁਤ ਉਬਾਲ ਖਾਰ ਰਹੇ ਨੇ। ਇਸ ਲਈ ਮੈਂ ਤਾਂ ਜੋ ਕਹਿ ਰਿਹਾ ਉਹ ਠੀਕ ਆ। ਸੋ ਇੱਦਾਂ ਛੋਟੀ ਛੋਟੀ ਗੱਲ ਤੇ ਕੰਟਰੋਲ ਕਰਨਾ ਚਾਹੁੰਦੇ ਨੇ, ਇਸ ਲਈ ਮੈਂ ਮਹਿਸੂਸ ਕਰਦਾ ਕਿ ਮੇਰੇ ਵਾਸਤੇ ਕਰੈਕਟ ਪਲੇਟਫਾਰਮ ਹੀ ਨਹੀਂ ਸੀ। ਮੈਂ ਸਵਾਲ ਵਿੱਚ ਰਹਿ ਗਿਆ ਕਿਉਂਕਿ ਤੁਸੀਂ ਆਪਣੀ ਸਫਾਈ ਜ਼ਿਆਦਾ ਦੇਣ ਲੱਗ ਪਏ ਕਿ ਤੁਹਾਡੇ ਤੇ ਪਾਰਟੀ ਤੋੜਨ ਦਾ ਇਲਜ਼ਾਮ ਹੈ। ਜੋ ਸਾਥੀ ਤੁਹਾਡੇ ਨਾਲ ਉਦੋਂ ਨਹੀਂ ਆਏ, ਪਾਰਟੀ 'ਚ ਹੀ ਰਹਿ ਗਏ, ਅਮਨ ਅਰੋੜਾ, ਬਲਜਿੰਦਰ ਕੌਰ, ਉਹਨਾਂ ਨਾਲ ਇਹ ਜੋ ਕੁਝ ਹੋਇਆ, ਡਿਸਕ੍ਰਿਮੀਨੇਸ਼ਨ ਦੀ ਗੱਲ ਹੋ ਰਹੀ ਹੈ। ਤੁਸੀਂ ਕਿਹਾ ਸਟੇਟ ਦੀ ਡਿਸਕ੍ਰਿਮੀਨੇਸ਼ਨ ਹੈ, ਪਰ ਇੱਥੇ ਕਿਉਂ ਹੋਇਆ? ਉਹਨਾਂ ਵਾਸਤੇ ਕੀ ਹੈ ਅੱਗੇ ਪਾਥ? ਮੈਂ ਦੱਸ ਦਿੰਦਾ ਵਾਂ। ਉਹਦੇ ਵਿੱਚ ਕੀ ਆ ਕਿ ਜਿਹੜੇ ਇਹ ਕੁਝ ਐਮਐਲਏ ਸੈਕੰਡ ਟਾਈਮ ਇਲੈਕਟ ਹੋਏ ਨੇ, ਜਿਹਨਾਂ ਦਾ ਨਾਮ ਤੁਸੀਂ ਲਏ ਨੇ, ਇਹ ਜਿਹੜੇ ਨੇ ਇਹ ਬਹੁਤ ਸ਼ੋਰ ਸ਼ਾਟ ਸੀਗੇ ਕਿ ਅਸੀਂ ਤਾਂ ਬਿਲਕੁਲ 100% ਉਹ ਟ੍ਰੈਜਰੀ ਬੈਂਚ ਤੇ ਬੈਠ ਗਏ। ਵਜ਼ਾਰਤ ਵੇਲੇ ਜਦੋਂ ਮਿਨਿਸਟਰ ਬਣੇ, ਦੈਟਸ ਵਾਟ ਮੈਂ ਕਦੀ ਕੋਈ ਗੱਲ ਕੋਈ ਮਿਸਲੀਡਿੰਗ ਨਹੀਂ ਕਹੀ। ਵਜ਼ਾਰਤ ਵਿੱਚ ਪਹਿਲਾਂ ਸ਼ੁਰੂਆਤ ਵਿੱਚ ਭਗਵੰਤ ਮਾਨ ਨੇ ਆਪਣੀ ਮਰਜ਼ੀ ਕੀਤੀ। ਇਹ ਜਿਹੜੇ 3-4 ਲੀਡਰ ਨਾਮ ਤੁਸੀਂ ਲੈਣੇ ਆ, ਇਹ ਭਗਵੰਤ ਨੂੰ ਬਾਈਪਾਸ ਕਰਕੇ ਸਿੱਧੇ ਦਿੱਲੀ ਹਾਈ ਕਮਾਂਡ ਨਾਲ ਇਨ ਟੱਚ ਸੀਗੇ। ਮਤਲਬ ਓਵਰ ਐਂਬੀਸ਼ੀਅਸ ਵੀ ਸੀ ਕਿ ਸ਼ਾਇਦ ਜੇ ਭਗਵੰਤ ਨੂੰ ਨਹੀਂ ਬਣਾਉਂਦੇ ਸਾਡੇ ਚੋਂ ਕਿਸੇ ਨੂੰ ਇੱਕ ਚੀਜ਼ ਨੂੰ ਚਿਹਰਾ ਬਣਾ ਸਕਦੇ ਨੇ। ਉਹਨਾਂ ਦੀਆਂ ਗਤੀਵਿਧੀਆਂ ਜਿਹੜੀਆਂ ਸੀਗੀਆਂ ਉਹ ਭਗਵੰਤ ਨੂੰ ਪਸੰਦ ਨਹੀਂ ਸੀਗੀਆਂ। ਜਿਹੜਾ ਉਹਨਾਂ ਨੂੰ ਡ੍ਰੌਪ ਕਰਨ ਦਾ ਇਰਾਦਾ, ਉਹ ਮੈਂ ਸਮਝਦਾ ਭਗਵੰਤ ਮਾਨ ਦਾ ਆਪਣਾ ਫੈਸਲਾ ਸੀ। ਕੁਝ ਫੈਸਲੇ ਤਾਂ ਲੈ ਰਿਹਾ ਨਾ, ਇਹ ਤਾਂ ਹੈ ਨਹੀਂਗਾ ਕਿ ਬਿਲਕੁਲ ਉਹ ਬੈਠਾ ਕੁਰਸੀ ਦੇ ਉੱਤੇ। ਪਰ ਉਹ ਨੁਕਸਾਨਦਾਇਕ ਨਹੀਂ ਲੱਗ ਰਿਹਾ ਕਿ ਇੱਕ ਤਜਰਬੇਕਾਰ ਟੀਮ, ਪਾਰਟੀ ਨਾਲ ਉਸ ਵਕਤ ਖੜਨ ਵਾਲੀ ਟੀਮ, ਜਦੋਂ ਆਮ ਆਦਮੀ ਪਾਰਟੀ ਚੋਂ ਹਰ ਕੋਈ ਕੁੰਡੀ ਪਾ ਕੇ ਵਿਧਾਇਕ ਨੂੰ ਮੱਛੀ ਵਾਂਗੂ ਕੱਢ ਕੇ ਆਪਣੀ ਪਾਰਟੀ ਸ਼ਾਮਲ ਕਰਨਾ ਚਾਹੁੰਦਾ ਸੀ, ਕੋਈ ਕਾਂਗਰਸ ਜਾ ਰਿਹਾ ਹੈ। ਇਹ ਤਾਂ ਉਹਨਾਂ ਨੇ ਦੇਖਣਾ ਨਾ, ਉਹਨਾਂ ਦੀ ਲੀਡਰਸ਼ਿਪ ਨੇ, ਕਿ ਉਹ ਕਿੰਨੇ ਕੁ ਉਹਨਾਂ ਦੇ ਨਾਲ ਇਮਾਨਦਾਰ ਸੀ। ਵੈਸੇ ਤਾਂ ਮੈਂ ਗੱਲ ਦੱਸਾਂ, ਕੈਮਰੇ ਤੇ ਕਹਿ ਰਿਹਾ, ਇਹ ਸਾਰੇ ਪਾਰਟੀ ਛੱਡਣ ਲਈ ਤਿਆਰ ਸੀ ਕੁਝ ਮਹੀਨੇ ਪਹਿਲਾਂ ਹੀ। ਸਾਰੇ ਇਨ ਟੱਚ ਸੀ ਦੂਸਰੀਆਂ ਪਾਰਟੀਆਂ ਦੇ ਨਾਲ, ਖਾਸ ਤੌਰ ਤੇ ਕਾਂਗਰਸ ਨਾਲ ਇਨ ਟੱਚ ਸੀਗੇ। ਇਹਨਾਂ ਨੂੰ ਆਪ ਨਹੀਂ ਸੀ ਪਤਾ ਕਿ ਸਾਡਾ ਐਡਾ ਵੱਡਾ ਜਿਹੜਾ ਫਤਵਾ ਸਾਡੇ ਹੱਕ ਵਿੱਚ ਆਵੇਗਾ। ਸੋ ਇਸ ਕਰਕੇ ਕੋਈ ਐਡੇ ਵੀ ਨਹੀਂ ਹੈ ਕੋਈ ਐਡੇ ਤਜਰਬੇਕਾਰ ਤੁਸੀਂ ਕਹਿ ਰਹੇ ਹੋ। ਤਜਰਬਾ ਕਿਹਨੂੰ ਆ ਇਹਨਾਂ ਚੋਂ? ਜਿੰਨੇ ਤੁਸੀਂ ਸੈਕੰਡ ਟਾਈਮ ਵੀ ਬਣ ਗਏ ਆ, ਸੈਕੰਡ ਟਾਈਮ ਨਾਲ ਤਜਰਬਾ ਐਡਮਿਨਿਸਟ੍ਰੇਸ਼ਨ ਦਾ ਥੋੜ੍ਹਾ ਆਉਂਦਾ। ਹੁਣ ਭਗਵੰਤ ਮਾਨ ਨੂੰ ਕੀ ਪ੍ਰੋਬਲਮ ਆ ਰਹੀ ਹੈ? ਬਿਕੋਜ਼ ਹੀ ਇਜ਼ ਨੈਵਰ ਰਨ ਐਨ ਐਡਮਿਨਿਸਟ੍ਰੇਸ਼ਨ ਚਲਾਉਣੀ ਜਾਂ ਪਾਰਟੀ 'ਚ ਉੱਦਾਂ ਕੰਮ ਕਰਨਾ ਜਾਂ ਰੈਲੀਆਂ ਕਰਨੀਆਂ, ਉਹਦੇ 'ਚ ਬਹੁਤ ਵੱਡਾ ਅੰਤਰ ਹੈ। ਐਡਮਿਨਿਸਟ੍ਰੇਸ਼ਨ ਚਲਾਉਣੀ ਤੁਹਾਡੀ ਸਕਿੱਲਸ ਚਾਹੀਦੀਆਂ, ਤੁਹਾਡੇ 'ਚ ਕੀ ਕਹਿੰਦੇ ਕੋਈ ਫਾਰਸਾਈਟਡਨੈਸ ਚਾਹੀਦੀ ਕਿ ਮੈਂ ਦੂਰਦ੍ਰਿਸ਼ਟੀ ਚਾਹੀਦੀ ਹੈ, ਇਹਨਾਂ ਨੂੰ ਕਿੱਦਾਂ ਕੰਟਰੋਲ ਕਰਨਾ। ਇਸ ਕਰਕੇ ਅਫਸਰਾਂ ਤੋਂ ਕਿੱਦਾਂ ਕੰਮ ਲੈਣਾ। ਹੁਣ ਇਹਨਾਂ ਨੇ ਬਦਲੀਆਂ ਕੀਤੀਆਂ,
ਜੀ। ਮੇਰੇ ਹਿਸਾਬ ਨਾਲ ਉਹ ਅਦਲਾ ਬਦਲੀ ਆ। ਪੁਲਿਸ ਵਾਲਿਆਂ ਦੀ ਕੋਈ ਪੰਜਾਬ ਦੇ ਲਈ ਕੋਈ ਕਰਪਸ਼ਨ ਫ੍ਰੀ ਸਟੇਟ ਦੇਣਾ, ਗੁੱਡ ਗਵਰਨੈਂਸ ਦੇਣ ਦਾ ਇਰਾਦਾ ਨਹੀਂਗਾ। ਜੀ। ਮਾਝੇ ਵਾਲਿਆਂ ਨੂੰ ਚੱਕ ਕੇ ਮਾਲਵੇ ਚ ਲਾਤਾ, ਮਾਲਵੇ ਵਾਲੇ ਚੱਕ ਕੇ ਦੁਆਬੇ ਚ ਲਾਤੇ, ਉਹੀ ਅਫਸਰ ਘੁੰਮ ਰਹੇ ਨੇ ਫੀਲਡ ਦੇ ਵਿੱਚ। ਇਹਦੇ ਨਾਲੋਂ ਚੰਗਾ ਸੀ ਭਗਵੰਤ ਮਾਨ ਅਗਰ ਆਪਣਾ ਮਾਈਂਡ ਅਪਲਾਈ ਕਰਦਾ, ਪਹਿਲਾਂ ਆਪਣੇ ਚੀਫ ਸੈਕਟਰੀ ਨੂੰ ਸਾਰੇ ਟੌਪ ਆਫ ਜਿਹੜੀ ਅਫਸਰਸ਼ਾਹੀ ਨੂੰ ਬੁਲਾਉਂਦਾ, ਉਹਨੂੰ ਕਹਿੰਦਾ ਮੈਨੂੰ 100 ਅਫਸਰ ਚਾਹੀਦਾ ਚੰਗਾ, ਜੀ, ਜਿਹੜਾ ਇਮਾਨਦਾਰ। ਇੰਨੇ ਹੈਗੇ ਨੇ, ਇਹ ਨਹੀਂ ਗਾ ਕਿ ਸਾਰੇ ਕਰਪਟ ਨੇ, ਸਾਰੇ ਮਾੜੇ ਨੇ। 100 ਅਫਸਰਸ ਜਿਨ੍ਹਾਂ ਨੂੰ ਖੁੱਡੇ ਲਾਈਨ ਲਾਇਆ ਪਿਛਲੀਆਂ ਸਰਕਾਰਾਂ ਨੇ, ਕਿਉਂਕਿ ਜਦੋਂ ਬੰਦਾ ਅਫਸਰ ਓਨੈਸਟ ਹੁੰਦਾ, ਉਹ ਗਲਤ ਕੰਮ ਨਹੀਂ ਕਰਦਾ, ਉਹਨੂੰ ਚੱਕ ਕੇ ਪਰੇ ਮਾਰਦੇ ਨੇ। ਇਹ 100 ਬੰਦਾ ਪਹਿਲਾਂ ਆਇਡੈਂਟੀਫਾਈ ਕਰਦਾ। 23 ਜ਼ਿਲ੍ਹੇ ਨੇ, 23 ਐਸਐਸਪੀ ਤੇ 23 ਡੀਸੀ, 46 ਹੋ ਗਏ, ਤੇ 25-30 ਹੋਰ ਅਫਸਰ ਜਿਹੜੇ ਕਮਿਸ਼ਨਰ ਵਗੈਰਾ ਇੰਪੋਰਟੈਂਟ ਡੈਜ਼ਿਗਨੇਸ਼ਨ ਤੇ ਫੀਲਡ ਵਰਕ 'ਚ ਬੈਠੇ ਨੇ। ਸੈਕਟਰੀਏਟ ਛੱਡ ਦਿਓ ਤੁਸੀਂ, ਜੀ, ਕਿਉਂਕਿ ਜਦੋਂ ਫੀਲਡ 'ਚੋਂ ਕੰਮ ਉੱਤੇ ਚੰਡੀਗੜ੍ਹ ਜਾਣਾ ਵਾ, ਜੇ ਉਹ ਪੁਣ ਕੇ ਜਾਊਗਾ, ਇਮਾਨਦਾਰੀ ਨਾਲ ਜਾਊਗਾ, ਤਾਂ ਉਤਲੇ ਵਾਲੇ ਕੁਝ ਨਹੀਂ ਕਰ ਸਕਦੇ। ਜਿਹੜੀ ਕਰਪਸ਼ਨ ਆ ਉਹ ਥੱਲਿਓਂ ਫੀਲਡ 'ਚੋਂ ਜਦੋਂ ਜਾਂਦੀ ਆ, ਉਹ ਇੱਕ ਚੇਨ ਬਣੀ ਹੋਈ ਆ, 2-2 ਪੈਸੇ, 2% 2% 2% 2% ਕਰਕੇ, ਉਹਨੂੰ ਤੋੜਨਾ ਬਹੁਤ ਜ਼ਰੂਰੀ ਸੀਗਾ। ਸੋ ਮੇਰਾ ਹਿਸਾਬ ਨਾਲ ਕਿ ਐਡਮਿਨਿਸਟ੍ਰੇਸ਼ਨ ਚਲਾਉਣ ਦੀ ਕਮੀ ਮਹਿਸੂਸ ਹੋ ਰਹੀ ਹੈ, ਸਾਰੀ ਸਰਕਾਰ ਨੂੰ ਹੋ ਰਹੀ ਹੈ। ਆਈ ਥਿੰਕ ਅੰਗਰੇਜ਼ੀ 'ਚ ਕਹਿੰਦੇ ਨੇ ਦ ਲੈਫਟ ਹੈਂਡ ਡਜ਼ਨਟ ਨੋ ਵਾਟ ਦ ਰਾਈਟ ਇਜ਼ ਡੂਇੰਗ। ਇੱਕ ਸਪੈਸੀਫਿਕ ਜਿਹਾ ਕੁਐਸਚਨ ਮੈਂ ਤੁਹਾਨੂੰ ਕੁਛ ਪੁੱਛਣਾ ਚਾਹੁੰਦਾ। ਜਿਹੜੀ ਕੱਲ ਘਟਨਾ ਹੋਈ ਹੈ, ਉਹਦੀ ਬੈਕਡ੍ਰੌਪ ਦੇ ਵਿੱਚ ਜਲੰਧਰ 'ਚ BR ਅੰਬੇਦਕਰ ਸਾਹਿਬ ਦਾ ਜਨਮ ਦਿਨ ਸੀਗਾ, ਖਾਲਸਾ ਸਾਜਨਾ ਦਿਵਸ ਸੀ ਤਲਵੰਡੀ ਸਾਬੋ, ਤੇ ਉੱਥੇ ਭਗਵੰਤ ਮਾਨ ਸਾਹਿਬ ਦੀ ਬਾਡੀ ਲੈਂਗੁਏਜ ਜਾਂ ਉਹਨਾਂ ਦੇ ਭਾਸ਼ਣ ਤੋਂ ਜਿਹੜੇ ਉਹਨਾਂ ਦੇ ਵਿਰੋਧੀ ਨੇ ਜਾਂ ਕਈ ਨਿਊਟਰਲ ਲੋਕ ਵੀ ਹੋ ਸਕਦੇ ਨੇ, ਆਮ ਵਿਊਅਰ ਵੀ ਹੋ ਸਕਦੇ ਨੇ, ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ, ਜਿਹਨੂੰ ਅਕਾਲੀ ਦਲ ਨੇ ਫਿਰ ਰੰਗਤ ਦਿੱਤੀ ਕਿ ਜਿਵੇਂ ਇਲਜ਼ਾਮ ਉਹਨਾਂ ਤੇ ਲੱਗਦੇ ਰਹੇ ਨੇ ਕਿ ਨਿੱਜੀ ਜ਼ਿੰਦਗੀ 'ਚ ਉਹਨਾਂ ਨੂੰ ਸ਼ਰਾਬ ਪੀਣ ਦੀ ਕੋਈ ਪ੍ਰੋਬਲਮ ਹੈ, ਉਸ ਕਰਕੇ ਉਹ ਦੁਬਾਰਾ ਸ਼ਾਇਦ ਉਸ ਸਮੱਸਿਆ 'ਚ ਗ੍ਰਸਤ ਹੋ ਗਏ ਨੇ, ਤਾਂ ਉਸ ਨੂੰ ਉਸ ਤਰੀਕੇ ਨਾਲ ਰਾਜਨੀਤਿਕ ਤੌਰ ਤੇ ਉਭਾਰਿਆ ਗਿਆ। ਹੁਣ ਸਵਾਲ ਹੈ ਜੀ, ਇਹ ਬੈਕਡ੍ਰੌਪ ਇਸ ਸਵਾਲ ਦੀ, ਕਿ ਭਗਵੰਤ ਮਾਨ ਸਾਹਿਬ ਅਜਿਹੀ ਸਥਿਤੀ 'ਚ ਜਦੋਂ ਚੁਫੇਰਿਓਂ ਉਹਨਾਂ ਨੂੰ ਘੇਰਾ ਪਿਆ ਹੋਇਆ ਹੈ, ਵਿਰੋਧੀ ਤਾਂ ਵਿਰੋਧੀਆਂ ਨੇ ਕਰਨਾ ਹੀ ਕਰਨਾ ਹੈ, ਪਰ ਲੱਗਦਾ ਕਿ ਆਪਣੀ ਪਾਰਟੀ ਵੀ ਉਹਨਾਂ ਦਾ ਜਲੂਸ ਕੱਢਣ 'ਚ ਕੋਈ ਕਮੀ ਨਹੀਂ ਛੱਡ ਰਹੀ, ਤਾਂ ਕਿਵੇਂ ਸਰਵਾਈਵ ਕਰਨਗੇ? ਹਾਲੇ ਮਹੀਨਾ ਨਹੀਂ ਹੋਇਆ। ਦੇਖੋ, ਜਿਹੜਾ ਕੱਲ ਵਾਲਾ ਇਨਸੀਡੈਂਟ ਹੋਇਆ ਬਹੁਤ ਅਨਫੋਰਚੂਨੇਟ ਹੈ। ਉਹਦੇ ਨਾਲ ਇਕੱਲੇ ਭਗਵੰਤ ਦੀ ਤੋਹੀਨ ਨਹੀਂ ਹੁੰਦੀ, ਸਾਰੇ ਪੰਜਾਬ ਦੀ ਤੋਹੀਨ ਹੁੰਦੀ, ਬਲਕਿ ਜਿਹੜੇ ਲੋਕ ਪੱਗ ਬੰਨਦੇ ਨੇ ਉਹਦੀ ਤੋਹੀਨ ਹੁੰਦੀ। ਜਦੋਂ ਚੀਫ ਮਿਨਿਸਟਰ ਐਕਸਪੋਜ਼ ਹੁੰਦਾ, ਕੱਲ ਉਹਨੇ ਪੀਤੀ ਹੋਈ ਸੀ ਪੱਕਾ, ਇਹ ਐਵੇਂ ਭਾਵਾਂ ਕੋਈ ਉਹਨੂੰ ਚੰਗੇ ਲਫ਼ਜ਼ਾਂ 'ਚ ਕਹਿ ਲਓ ਤੇ ਭਾਵਾਂ, ਇਹ ਤੁਸੀਂ ਨਿੱਜੀ ਤੌਰ ਤੇ ਮਹਿਸੂਸ ਕਰਦੇ ਹੋ 100% ਐਕਟੀਵਿਟੀ ਦੇਖ ਕੇ ਉਹਨਾਂ ਦੀ? 100% ਉਹਦੀ ਬਾਡੀ ਲੈਂਗੁਏਜ ਜਿਹੜੀ ਸੀਗੀ ਕੱਲ, ਉਹ ਹੀ ਵਾਜ਼ ਕੰਪਲੀਟਲੀ ਆਊਟ ਆਫ ਕੰਟਰੋਲ। ਜੀ। ਔਰ ਉੱਥੇ ਉਹ ਪਹਿਲੀ ਗੱਲ ਤਾਂ ਪੀ ਕੇ ਗੁਰਦੁਆਰੇ ਤਖਤ ਦਮਦਮਾ ਸਾਹਿਬ ਤਲਵੰਡੀ ਸਾਹਿਬ ਨਹੀਂ ਸੀ ਜਾਣਾ ਚਾਹੀਦਾ। ਜੀ। ਈਵਨ ਕਿਸੇ ਹੋਰ ਪਬਲਿਕ ਫੰਕਸ਼ਨ ਤੇ ਨਹੀਂ ਜਾਣਾ ਚਾਹੀਦਾ ਸੀ। ਹੀ ਕੁਡ ਅਵੋਇਡਡ ਯੈਸਟਰਡੇਜ਼ ਇਨਸੀਡੈਂਟ। ਜੀ। ਦੂਸਰਾ ਹੈਗਾ ਵਾ ਕਿ ਮੈਂ ਦੇਖ ਰਿਹਾ ਕਿ ਕਿਤੇ ਨਾ ਕਿਤੇ ਦਿੱਲੀ ਦੀ ਇਹਨਾਂ ਦੀ ਲੀਡਰਸ਼ਿਪ ਜਿਹੜੀ ਨਾ, ਉਹ ਵੀ ਇਹਨੂੰ ਸ਼ਰਮਿੰਦਾ ਕਰ ਰਹੀ ਹੈ। ਜਿਹੜਾ ਉਹ ਅਫਸਰ ਸੱਦੇ ਸੀ ਦਿੱਲੀ, ਹਾਂਜੀ, ਉਹ ਫਿਰ ਧੁਕਵਾਇਆ ਇਹਨਾਂ ਨੇ, ਕੇਜਰੀਵਾਲ ਨੇ, ਕਿ ਮੈਂ ਭੇਜੇ ਸੀ। ਤੂੰ ਕਹਿ ਕਿ ਮੈਂ ਭੇਜੇ ਸੀ, ਮੈਂ ਟ੍ਰੇਨਿੰਗ ਲਈ ਭੇਜੇ ਸੀ। 3-4 ਘੰਟਿਆਂ ਦੀ ਕਿਹੜੀ ਟ੍ਰੇਨਿੰਗ ਹੁੰਦੀ ਜੀ? ਕੇਜਰੀਵਾਲ ਕੋ ਕਿਹੜੀ ਰਾਕਟ ਸਾਇੰਸ ਹੈ ਜਿਹੜਾ ਉਹਨੂੰ 3 ਘੰਟਿਆਂ 'ਚ ਤਰਾਸ਼ ਕੇ ਭੇਜ ਦੂ ਅਫਸਰਾਂ ਨੂੰ? ਉਹ ਅਫਸਰ ਸਪੈਸੀਫਿਕਲੀ ਭਗਵੰਤ ਨੂੰ ਬਾਈਪਾਸ ਕਰਕੇ ਉੱਥੇ ਸੱਦੇ ਗਏ ਸੀਗੇ। ਜੀ। ਨਾ ਪਾਵਰ ਮਿਨਿਸਟਰ ਸੀ ਉੱਥੇ। ਇਹਦੇ ਨਾਲ ਕੀ ਹੁੰਦਾ ਵਾ ਕਿ ਕੇਜਰੀਵਾਲ ਇੱਕ ਸੁਣਿਆ ਦੇ ਰਿਹਾ ਕਿ ਸਾਰਾ ਕੰਟਰੋਲ ਮੈਂ ਚਲਾ ਰਿਹਾ ਵਾਂ, ਭਗਵੰਤ ਤਾਂ ਇੱਕ ਨੋਸ਼ਨਲ ਤੇ ਇੱਕ ਰਿਮੋਟ ਕੰਟਰੋਲ ਨਾਲ ਅਸੀਂ ਚਲਾਵਾਂਗੇ, ਡਮੀ ਆ ਇਹ। ਜੀ। ਇਹ ਇੰਪ੍ਰੈਸ਼ਨ ਮੈਨੂੰ ਲੱਗਦਾ ਭਗਵੰਤ ਨੂੰ ਕਿਤੇ ਨਾ ਕਿਤੇ ਨਮੋਸ਼ੀ ਹੋ ਰਹੀ ਆ। ਔਰ ਬੰਦਾ ਜਦੋਂ ਜਿਹੜੇ ਇਹ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਨੇ, ਜਿਹੜੇ ਪੀਣ ਦੇ ਆਦੀ ਹੁੰਦੇ ਨੇ, ਇਹ ਆਪਣਾ ਕੌਨਫੀਡੈਂਸ ਲੈਵਲ ਵਧਾਉਣ ਵਾਸਤੇ ਵੀ ਪੀਂਦੇ ਨੇ ਕਿ ਮੈਂ ਹੁਣ ਚੱਲਿਆ ਵਾਂ ਤੇ ਮੈਂ 2-3 ਮਤਲਬ whatever shots ਲਾ ਲਾਂ, ਪੈਗ ਲਾ ਲਾਂ, so that I speak the right thing, and there's no big deal that he may be feeling even depressed. ਸੋ ਮਤਲਬ ਮੈਂ ਜੋ ਕਹਿ ਰਿਹਾ ਹਾਂ, ਹੋ ਸਕਦਾ ਉਹਨਾਂ ਨੂੰ ਬੁਰਾ ਲੱਗੇ। ਜੀ। ਮੈਂ ਤਾਂ ਜੋ ਪਰ ਮੈਂ ਪਹਿਲਾਂ ਕਿਹਾ ਕਿ ਮੈਂ ਸੁਖਪਾਲ ਸਿੰਘ ਖਹਿਰਾ ਕੋਈ ਪੋਲੀਟੀਕਲ ਓਪੋਨੈਂਟ ਭਗਵੰਤ ਮਾਨ ਦਾ ਜਾਂ ਆਮ ਆਦਮੀ ਪਾਰਟੀ ਦਾ ਨਹੀਂ। ਮੈਂ ਕਹਿ ਰਿਹਾ ਕਿ ਇੱਕ ਸਰਕਾਰ ਪੰਜਾਬੀਆਂ ਨੇ ਚੁਣੀ ਹੈ, ਇੱਕ ਸਟੇਟ ਜਿਹੜੀ ਹੈ 5 ਸਾਲਾਂ ਪਿੱਛੋਂ ਇਲੈਕਸ਼ਨ ਦੇ ਪ੍ਰੋਸੈਸ ਚੋਂ ਨਿਕਲਦੀ ਹੈ। ਉਹ ਕਦੇ ਵੀ ਸਟੇਟ ਨਹੀਂ ਚਾਹੁੰਦੀ ਹੁੰਦੀ। ਡਰ ਲੱਗਣ ਲੱਗ ਪਿਆ ਸੀਗਾ 10 ਮਾਰਚ ਤੋਂ ਪਹਿਲਾਂ ਕਿ ਹੰਗ ਅਸੈਂਬਲੀ ਨਾ ਆ ਜਾਏ। ਹਰ ਕਿਸੇ ਨੂੰ ਲੱਗਣ ਲੱਗ ਪਿਆ ਸੀ ਕਿ ਯਾਰ ਕਿੱਥੇ ਸਟੇਟ ਦੁਆਰਾ ਫਿਰ ਇਲੈਕਸ਼ਨ 'ਚ ਜਾਣਾ ਪਏਗਾ। ਤਾਂ ਸਾਰੇ ਚਾਹੁੰਦੇ ਨੇ ਕਿ ਇੱਕ ਚੰਗੀ ਸਰਕਾਰ ਚੱਲੇ, ਪਰ ਜਿਸ ਤਰ੍ਹਾਂ ਦੀਆਂ ਬਦਸ਼ਗਨੀਆਂ ਹੋ ਰਹੀਆਂ ਨੇ ਪਹਿਲੇ 15-20-25 ਦਿਨਾਂ 'ਚ, ਉਹਨਾਂ ਤੋਂ ਨਹੀਂ ਲੱਗ ਰਿਹਾ। ਕਿੱਦਾਂ ਸੰਭਲਣਗੇ? ਆਪ ਚਾਹੁੰਦਾ ਵਾਂ ਭਗਵੰਤ ਮਾਨ ਸਾਹਿਬ ਕਿਵੇਂ ਸੰਭਲਣਗੇ? ਮੈਂ ਤਾਂ ਆਪ ਚਾਹੁੰਦਾ ਵਾਂ ਕਿ ਐਡਾ ਵੱਡਾ ਮੈਂਡੇਟ ਦਿੱਤਾ ਲੋਕਾਂ ਨੇ ਕਿ ਭਗਵੰਤ ਮਾਨ ਆਪਣੀ ਸਰਕਾਰ ਅੱਛੇ ਤਰੀਕੇ ਨਾਲ ਚਲਾਵੇ। ਮੈਂ ਪਹਿਲੇ ਦਿਨ ਤੋਂ ਕਿਹਾ ਕਿ ਜਿਹੜੇ ਕੰਮ ਚੰਗੇ ਕਰਨਗੇ ਅਸੀਂ ਤੁਹਾਨੂੰ ਉਹਦੀ ਸਪੋਰਟ ਕਰਾਂਗੇ। ਇਹਨਾਂ ਨੇ 122 ਬੰਦਿਆਂ ਦੀ ਸਿਕਿਉਰਿਟੀ ਵਾਪਸ ਲਈ, ਮੈਂ ਵੈਲਕਮ ਕੀਤਾ। ਇਹਨਾਂ ਨੇ ਕਿਹਾ ਮਲਟੀਪਲ ਪੈਨਸ਼ਨਸ ਖਤਮ ਕਰਨੀਆਂ, ਅਸੀਂ ਉਹਦਾ ਸਵਾਗਤ ਕੀਤਾ। ਅਸੀਂ ਜਿਹੜਾ ਚੰਗਾ ਕੰਮ ਕਰਨਗੇ ਪੱਕਾ ਕਰਾਂਗੇ, ਸਪੋਰਟ ਅਸੀਂ ਚਾਹੁੰਦੇ ਹਾਂ ਕਿ ਹੁਣ 5 ਸਾਲ ਆਪਣਾ ਅੱਛੀ ਤਰ੍ਹਾਂ ਕਰਨ ਤਾਂ ਪੰਜਾਬ ਨੂੰ ਕਿਸੇ ਸਿਚੁਏਸ਼ਨ ਚੋਂ ਜਿਹੜਾ ਇਸ ਵੇਲੇ ਗਰਕਿਆ ਹੋਇਆ ਪੰਜਾਬ, ਇਹਨੂੰ ਕੱਢ ਕੇ ਬਾਹਰ ਲੈ ਕੇ ਆਉਣ। ਜੀ। ਇਹ ਸਾਰੀਆਂ ਗੱਲਾਂ ਉਹ ਕਰਨ, ਅਸੀਂ ਕੋਆਪਰੇਟ ਕਰਾਂਗੇ। ਪਰ ਜਿੱਦਾਂ ਦੀਆਂ ਕੁਝ ਗੱਲਾਂ ਆ ਰਹੀਆਂ ਨੇ, ਜਿੱਦਾਂ ਫਰਜ਼ ਕਰੋ ਕੇਜਰੀਵਾਲ ਨੇ ਹੁਣ ਪਤਾ ਲੱਗਿਆ ਕਿ 180 ਬੰਦੇ ਤੈਨਾਤ ਕਰਾ ਲਏ ਆਪਣੀ ਸਿਕਿਉਰਿਟੀ ਤੇ। मतलब एक आदमी कहता सी हम VIP कल्चर शन करेंगे, हम सादे आदमी हैं,
हम तो रिक्शे पे जाने वाले आदमी हैं, हम साइकिल पे जाने वाले, किन्ना ਦਾ ਐਮਐਲਏ ਸਾਈਕਲ ਤੇ ਵੀ ਗਿਆ ਸੀਗਾ। ਜੀ ਤੇ ਹੁਣ 180 ਬੰਦੇ ਇੱਕ ਚੀਫ ਮਿਨਿਸਟਰ, ਉਹਦੇ ਚੋਂ ਪਤਾ ਲੱਗਿਆ ਕਿ 90 ਬੰਦੇ ਪੰਜਾਬ ਦੇ ਕਮਾਂਡੋਸ ਗਏ ਨੇ। ਉਹ ਕਿਉਂ ਜਾਣ ਉੱਥੇ? ਪੰਜਾਬ ਦਾ ਕਮਾਂਡੋ ਇੱਕ ਵੀ ਕਿਉਂ ਤਾਇਨਾਤ ਹੋਵੇ ਦਿੱਲੀ ਦੇ ਚੀਫ ਮਿਨਿਸਟਰ ਲਈ? ਦਿਸ ਇਜ਼ ਆਈਡੀਓਲੋਜੀਕਲੀ, ਸਿਧਾਂਤਕ ਤੌਰ ਤੇ ਇਹ ਗਲਤ ਫੈਸਲਾ ਵਾ। ਸਾਡਾ ਹੈਲੀਕਾਪਟਰ ਗੁਜਰਾਤ ਜਾਵੇ, ਸਾਡਾ ਹੈਲੀਕਾਪਟਰ ਹਿਮਾਚਲ ਜਾਵੇ, ਇਹ ਗਲਤ ਫੈਸਲੇ ਨੇ। ਸੋ ਗਲਤ ਨੂੰ ਗਲਤ ਕਹਿਣਾ ਪੈਣਾ ਵਾ, ਅਦਰਵਾਈਜ਼ ਸੀ। ਇਹ ਤਾਂ ਹੁਣ ਭਗਵੰਤ ਮਾਨ ਨੂੰ ਆਪਣਾ ਦੇਖਣਾ ਨਾ, ਇੱਕ ਵਾਰੀ ਹੀ ਹੈਜ਼ ਟੂ ਸਟੇਬਲਾਈਜ਼ ਹਿਮਸੈਲਫ ਐਂਡ ਦੈਨ ਸੀ ਕਿ ਮੈਂ ਆਪਣੀ ਇਸ ਸਰਕਾਰ ਨੂੰ ਅੱਗੇ ਕਿੱਦਾਂ ਪ੍ਰੋਸੀਡ ਕਰਨਾ। ਜੇ ਇੱਦਾਂ ਰੋਜ਼ਮਰਰਾ ਉਹਨਾਂ ਦੀ ਇੰਟਰਫੇਰੈਂਸ ਚੱਲਣ ਦੇਵੇਗਾ ਤੇ ਫਿਰ ਤੁਸੀਂ ਦੇਖ ਲੈਣਾ, ਤੁਹਾਡੇ ਸਾਹਮਣੇ ਆ ਜਾਣੇ ਆ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਖੜਕ ਪੈਣੀ ਆਪਸ 'ਚ। ਔਰ ਮੇਰਾ ਖਿਆਲ ਕਿਤੇ ਨਾ ਕਿਤੇ ਉਹ ਮਾਹੌਲ ਜਾਣ ਕੇ ਪੈਦਾ ਕਰਨਗੇ। 6 ਮਹੀਨੇ ਜਾਂ ਸਾਲ ਦੇ ਵਿੱਚ ਕਹਿਣਗੇ ਨਹੀਂ ਅਸੀਂ ਹਮ ਤੋਂ ਬਦਲਣਾ ਚਾਹਤੇ ਹੈ, ਹਮ ਕਿਸੇ ਕਹਿ ਦੇਣਗੇ ਅਸੀਂ ਬੈਕਵਰਡ ਕਲਾਸ ਨੂੰ ਮੌਕਾ ਦੇਣਾ ਚਾਹੁੰਦੇ ਹਾਂ, ਅਸੀਂ ਦਲਿਤ ਨੂੰ ਮੌਕਾ ਦੇਣਾ ਚਾਹੁੰਦੇ ਹਾਂ। ਇਹ ਵਿਚਾਰਾ ਫਿਰ ਦਿਨ ਕੀ ਕਰ ਲੂਗਾ? ਹਰਪਾਲ ਸਿੰਘ ਚੀਮਾ ਦਾ ਦਾਅ ਲੱਗ ਸਕਦਾ ਹੈ। ਆਈ ਡੋਂਟ ਨੋ ਕਿਹਦਾ ਦਾਅ ਲੱਗ ਸਕਦਾ। ਮਤਲਬ ਉਹਨਾਂ ਨੇ ਦੇ ਵੁੱਡ ਵਾਂਟ a 100% subservient ਲੀਡਰ ਇਨ ਪੰਜਾਬ। ਜੀ ਮੇਰਾ ਐਗਜ਼ਾਮਪਲ ਤੁਹਾਡੇ ਸਾਹਮਣੇ ਆ। ਮੈਨੂੰ ਹਟਾ ਕੇ ਜਦੋਂ ਬਣਾਇਆ ਉਹਨਾਂ ਨੇ 100% ਲਾਇਲਟੀ ਦੇਖੀ ਜੀ ਔਰ ਉਸ ਬੰਦੇ ਨੂੰ ਲਿਆ ਕੇ ਫਿੱਟ ਕੀਤਾ ਜਿਹਨੇ ਮੁੜ ਕੇ ਜਿਹੜਾ ਕੰਮ ਕੀਤਾ ਹੈਗਾ ਉਹ ਮੱਧਮ ਵਾਲਾ ਕੰਮ ਸੀ ਜੋ ਰੂਟੀਨ ਚੱਲਦਾ। ਜੀ ਜੀ ਖਹਿਰਾ ਸਾਹਿਬ, ਜਾਂਦੇ ਜਾਂਦੇ 2-3 ਸਵਾਲ ਤੁਹਾਡੀ ਆਪਣੀ ਪਾਰਟੀ ਬਾਰੇ। ਨਵੀਂ ਨਿਯੁਕਤੀ ਹੋਈ ਹੈ ਪੀਪੀਸੀਸੀ ਪ੍ਰਧਾਨ ਉਹਨਾਂ ਦੀ, ਰਾਜਾ ਵੜਿੰਗ ਹੋਣੀ ਬਣੇ ਨੇ, ਕਿਸ ਤਰ੍ਹਾਂ ਲੈਂਦੇ ਹੋ ਉਸ ਨਿਯੁਕਤੀ ਨੂੰ ਤੁਸੀਂ? ਦੇਖੋ ਇੱਦਾਂ ਹੁੰਦਾ ਵਾ ਕਿ ਤੁਸੀਂ ਨਿਯੁਕਤੀਆਂ ਹੋਣ ਤੱਕ ਸਾਰਿਆਂ ਦਾ ਅਧਿਕਾਰ ਹੈ ਕਿ ਤੁਸੀਂ ਲੌਬੀ ਕਰ ਸਕਦੇ ਹੋ, ਮਿਲ ਸਕਦੇ ਹੋ, ਆਪਣਾ ਪੱਖ ਰੱਖ ਸਕਦੇ ਹੋ। ਜੀ ਮੈਂ ਵੀ ਰੱਖਿਆ ਆਪਣਾ ਪੱਖ, ਕਿਉਂਕਿ ਮੇਰੇ ਨਾਲੋਂ ਲੋਕਾਂ ਨੇ ਪੱਖ ਰੱਖਿਆ। ਬਹੁਤ ਸਾਰੇ ਲੋਕਾਂ ਨੇ ਵਰਲਡ ਵਾਈਡ ਈਮੇਲਸ ਕੀਤੀਆਂ ਪਾਰਟੀ ਨੂੰ, ਜੀ ਟੈਲੀਫੋਨ ਕੀਤੇ, ਚਿੱਠੀਆਂ ਲਿਖੀਆਂ, ਮੈਸੇਜ ਭੇਜੇ ਔਰ ਮੈਨੂੰ ਵੀ ਮੋਟੀਵੇਟ ਕੀਤਾ। ਉਸ ਤੋਂ ਬਾਅਦ ਪਾਰਟੀ ਨੇ ਇੱਕ ਫੈਸਲਾ ਲਿਆ, ਉਹਨਾਂ ਨੇ ਇੱਕ ਪੀਸੀਸੀ ਪ੍ਰੈਜ਼ੀਡੈਂਟ ਬਣਾਤਾ, ਇੱਕ ਸੀਐਲਪੀ ਬਣਾਤਾ। ਗੱਲ ਮੁੱਕ ਗਈ। ਉਦੋਂ ਤੋਂ ਬਾਅਦ ਅਸੀਂ ਸਾਰੇ ਇਕੱਠੇ ਹਾਂ। ਕੱਲ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਉਹ ਮੈਨੂੰ ਮਿਲਣ ਵੀ ਆਏ ਸੀ ਘਰੇ। ਅਸੀਂ ਬੈਠ ਕੇ ਗੱਲਬਾਤ ਕੀਤੀ। ਕਿਸੇ ਨੂੰ ਐਂ ਲੱਗਦਾ ਹੋਊਗਾ ਕਿ ਸ਼ਾਇਦ ਮੈਂ ਕੋਆਪਰੇਟ ਨਹੀਂ ਕਰੂੰਗਾ, ਗਲਤ ਆ। ਮੈਂ ਸੀਐਲਪੀ ਲੀਡਰ ਦੇ ਨਾਲ ਵੀ ਕੋਆਪਰੇਟ ਕਰੂੰਗਾ, ਮੈਂ ਪੀਸੀਸੀ ਪ੍ਰੈਜ਼ੀਡੈਂਟ ਨਾਲ ਵੀ ਕਰੂੰਗਾ। ਮੇਰਾ ਸੁਭਾਅ ਨਾ ਦੋਗਲੀ ਜੀ ਰਾਜਨੀਤੀ ਦਾ ਨਹੀਂਗਾ। ਮੈਂ ਅਗਰ ਮੈਨੂੰ ਲੱਗ ਰਿਹਾ ਕਿ ਸਰਕਾਰ ਜਾਂ ਕੋਈ ਕੰਮ ਗਲਤ ਹੋ ਰਿਹਾ ਵਾ, ਮੈਂ ਉਹਦਾ 100% ਆਪੇ ਹੀ ਅਪੋਜ਼ ਕਰਨਾ। ਮੈਨੂੰ ਕਿਸੇ ਨੇ ਮੋਟੀਵੇਟ ਨਹੀਂ ਕਰਨਾ। ਮੈਂ ਆਪਣਾ ਕੰਮ ਜਿਹੜਾ ਹੈਗਾ ਉਹ ਉਸੇ ਸਪੀਡ ਨਾਲ ਕਰੀ ਆਉਣਾ। ਪਹਿਲਾਂ ਵੀ ਕਰਦਾ ਸੀ, ਗਾਂ ਵੀ ਕਰਦਾ ਰਹੂੰਗਾ, ਇਰਰਿਸਪੈਕਟਿਵ ਆਫ ਪਾਰਟੀ ਪਲੇਟਫਾਰਮ। ਦੂਸਰਾ ਮੈਨੂੰ ਲੱਗਦਾ ਕਿ ਇਸ ਵਾਰ ਜਿਹੜੀ ਮੇਰੀ ਜਿੱਤ ਹੋਈ ਹੈ, ਜਿਹੜੇ ਕ੍ਰਾਈਸਿਸ ਚੋਂ ਮੈਂ ਨਿਕਲ ਗਿਆ, ਜਿੰਨੀਆਂ ਚੁਣੌਤੀਆਂ ਸੀ, ਜਿੰਨੇ ਜੇਲ੍ਹ 'ਚ ਸੀਗੇ ਤੁਸੀਂ, ਜੇਲ੍ਹ ਵਾਟ ਨਾਟ, ਬਹੁਤ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ। ਮੈਨੂੰ ਬਹੁਤ ਸੰਤੁਸ਼ਟੀ ਹੈ। ਮੈਂ ਐਮਐਲਏ ਬਣ ਕੇ ਵੀ ਉਨਾ ਹੀ ਖੁਸ਼ ਹਾਂ ਜਿੰਨਾ ਕੋਈ ਆਪਣੇ ਆਪ ਨੂੰ ਚੀਫ ਮਿਨਿਸਟਰ ਬਣ ਕੇ ਖੁਸ਼ ਹੋਊਗਾ। ਕਿਉਂਕਿ ਮੇਰੇ ਵਾਸਤੇ ਰਾਜਨੀਤੀ ਧੰਦਾ ਨਹੀਂ ਗੀ, ਕੋਈ ਬਿਜ਼ਨਸ ਨਹੀਂਗਾ ਕਿ ਮੈਂ ਮੰਤਰੀ ਬਣਨਾ, ਫਿਰ ਮੰਤਰੀ ਬਣ ਕੇ ਮੈਂ ਪੈਸੇ ਕਮਾਉਣੇ ਆ, ਫਿਰ ਪੈਸੇ ਬਣਾ ਕੇ ਮੈਂ ਗੱਡੀਆਂ, ਮੋਟਰਾਂ, ਕੋਠੀਆਂ, ਜਾਇਦਾਦ ਇਕੱਠੀ ਕਰਨੀ, ਨਥਿੰਗ ਆਫ ਦੈਟ ਸੌਰਟ। ਸੋ ਇਸ ਕਰਕੇ ਜੇ ਮੈਨੂੰ ਉਹਦੀ ਲੋੜ ਨਹੀਂ ਗੀ ਤਾਂ ਮੇਰੀ ਆਵਾਜ਼ ਜਿਹੜੀ ਆ ਅੱਜ ਉਹ ਵੈਸੇ ਹੀ ਸੁਣੀ ਜਾ ਰਹੀ ਹੈ ਜਿੰਨੀ ਲੈਟਸ ਸੇ ਕਿਸੇ ਸੀਐਲਪੀ ਦੇ ਲੀਡਰ ਦੀ ਜਾਂ ਕਿਸੇ ਪ੍ਰਧਾਨ ਦੀ ਸੁਣੀ ਜਾਣੀ, ਉਹਦੇ ਲਗਭਗ ਉਹੋ ਜਿਹੀ ਆਵਾਜ਼ ਮੇਰੀ ਸੁਣੀ ਜਾ ਰਹੀ। ਮੇਰੇ ਨਾਲ ਕੇਡਰ ਜਿਹੜਾ ਕਾਂਗਰਸ ਦਾ ਬਹੁਤ ਪਿਆਰ ਕਰਦਾ ਵਾ, ਉਹਨਾਂ ਨੂੰ ਮੇਰੇ ਤੋਂ ਬਹੁਤ ਉਮੀਦ ਹੈ ਤੇ ਮੈਂ ਉਹਨਾਂ ਦੇ ਹਰ ਕੰਮ 'ਚ ਨਾਲ ਖੜਾ ਹੋਣਾ ਵਾ। ਅਗਰ ਗਲਤ ਕੰਮ ਕਰਨਗੇ, ਸਾਡੇ ਕੇਡਰ ਦੇ ਉੱਤੇ ਹਮਲਾ ਕਰਨਗੇ, ਉਹਨਾਂ ਨਾਲ ਖੜਾਂਗੇ। ਮੈਂ ਜਾ ਵੀ ਆਇਆ ਆਲਰੇਡੀ 3-4 ਜਗ੍ਹਾ ਤੇ ਪੰਜਾਬ 'ਚ, ਔਰ ਗਾਂ ਵੀ ਮੈਂ ਉਹਨਾਂ ਦੀ ਉਹਨਾਂ ਨੂੰ ਡਿਫੈਂਡ ਕਰੂੰਗਾ। ਪਰ ਤੁਹਾਨੂੰ ਸੀਐਲਪੀ ਦੇ ਲੀਡਰ ਦੇ ਅਹੁਦੇ ਲਈ ਤਾਂ ਨਹੀਂ ਵਿਚਾਰਿਆ ਗਿਆ ਕਿਉਂਕਿ ਤੁਸੀਂ ਪਾਰਟੀ ਛੱਡ ਗਏ ਸੀ ਤੇ ਫਿਰ ਵਾਪਸ ਆਏ ਹੋ। ਤੁਸੀਂ ਭਰੋਸਾ ਗਵਾ ਚੁੱਕੇ ਹੋ ਹਾਈ ਕਮਾਂਡ ਦਾ। ਨਹੀਂ ਭਰੋਸਾ ਗਵਾਇਆ ਹੁੰਦਾ ਤਾਂ ਫਿਰ ਮੈਨੂੰ ਜੇਲ੍ਹ 'ਚ ਬੈਠੇ ਟਿਕਟ ਨਾ ਦਿੰਦੇ। ਸਮਝੇ ਨੀਲ ਜੀ, ਜਿਹੜੀ ਜੇਲ੍ਹ 'ਚ ਬੈਠੇ ਟਿਕਟ ਦਿੱਤੀ ਨਾ, ਉਹ ਦੱਸਦੀ ਆ ਕਿ ਉਹਨਾਂ ਨੂੰ ਫੁੱਲ ਕੌਨਫੀਡੈਂਸ ਹੈ। ਵਰਨਾ ਤੁਸੀਂ ਦੇਖ ਲਓ ਦਿੱਲੀ ਕਿੰਨੀ ਦੇਰ ਲੋਕੀ ਡੇਰੇ ਲਾਉਂਦੇ ਨੇ, ਕਿੰਨੇ ਹਫ਼ਤੇ ਬਹਿੰਦੇ ਨੇ, ਬਹੁਤ ਕੁਝ ਚੱਲਦਾ ਉੱਥੇ। ਸੋ ਭਰੋਸਾ ਮੇਰਾ ਕਹਿਮ ਹੈ, ਹਾਂ ਕੋਈ ਨਾ ਕੋਈ ਦਲੀਲ ਬਣਾ ਲੈਂਦੇ, ਜਿੱਦਾਂ ਕਿ ਜਿਹੜੇ ਕੁਝ ਤੁਹਾਡੇ ਵਿਦਨ ਪਾਰਟੀ ਦੋਸਤ ਹੁੰਦੇ ਨੇ, ਉਹਨਾਂ ਨੂੰ ਕੁਛ ਤਾਂ ਜਾ ਕੇ ਦੱਸਣਾ ਨਾ। ਜੇ ਮੈਂ ਹੁਣ ਇਸ ਦਲੀਲ ਨੂੰ ਮੈਂ ਟਰੈਸ਼ ਕਰਾਂ, ਯਾਦ ਕਰੋ ਜਦੋਂ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਬਾਦਲ ਪਾਰਟੀ 'ਚ ਆਏ, ਥੋੜ੍ਹੇ ਦਿਨ ਪਹਿਲਾਂ ਹੀ ਆਏ ਸੀਗੇ। ਬਿਲਕੁਲ। ਤੇ ਨੰਬਰ 2 ਤੇ ਨੰਬਰ 3 ਦੇ ਮਿਨਿਸਟਰ ਬਣਾਏ ਸੀ ਕਿ ਨਹੀਂ ਬਣਾਏ ਕਾਂਗਰਸ ਨੇ? ਜੀ। ਨਵਜੋਤ ਸਿੰਘ ਸਿੱਧੂ ਨੂੰ ਪੀਸੀਸੀ ਪ੍ਰੈਜ਼ੀਡੈਂਟ ਬਣਾਇਆ, 4 ਸਾਲ ਹੀ ਹੋਏ ਸੀ ਪਾਰਟੀ 'ਚ ਆਏ ਨੂੰ। ਇਸ ਕਰਕੇ ਇਹ ਨਹੀਂ ਗੱਲਾਂ ਹੁੰਦੀਆਂ ਕੌਣ ਆਇਆ ਕੌਣ ਨਹੀਂ ਆਇਆ, ਬੰਦੇ ਦੀ ਕ੍ਰੈਡੀਬਿਲਿਟੀ ਦੇਖਣੀ ਚਾਹੀਦੀ ਹੈ। ਪੰਜਾਬ ਜਿਹੜਾ ਨਾ ਉਹ ਨੋਰਮਲ ਇੰਡੀਆ ਦੀ ਦੂਜੀਆਂ ਸਟੇਟਾਂ ਨਾਲੋਂ ਅਲੱਗ ਆ। ਇੱਥੇ ਜ਼ਾਤ ਪਾਤ ਦੇ ਪੱਤੇ ਨਹੀਂ ਚੱਲੇ, ਚਲਾ ਲਿਆ ਚੰਨੀ ਵਾਲਾ, ਦੇਖ ਲਿਆ ਉਹਨਾਂ ਨੇ ਕਰਕੇ। ਜੀ। ਇਹ ਤੋਂ ਪਹਿਲਾਂ ਵੀ ਚਲਾ ਹਟੇ ਐਕਚੁਅਲੀ। ਕਾਂਗਰਸ ਨੇ ਕਿਤੇ ਸੋਚਿਆ ਨਹੀਂ, ਆਪਣੇ ਫੈਸਲੇ ਨਹੀਂ ਦੇਖੇ। ਪਹਿਲਾਂ ਦੁੱਲੋ ਸਾਹਿਬ ਬਣਾਏ ਸੀਗੇ, ਉਹ ਪੀਸੀਸੀ ਪ੍ਰੈਜ਼ੀਡੈਂਟ ਬਣੇ, ਆਪਣੀ ਸੀਟ ਹਾਰ ਗਏ, ਮੇਰੇ ਸਤਿਕਾਰਯੋਗ ਨੇ। ਫਿਰ ਕੇਪੀ ਸਾਹਿਬ ਨੂੰ ਬਣਾਇਆ, ਉਹ ਪੀਸੀਸੀ ਪ੍ਰਧਾਨ ਬਣੇ, ਆਪਣੀ ਸੀਟ ਹਾਰ ਗਏ। ਹੁਣ ਚੰਨੀ ਸਾਹਿਬ ਨੂੰ ਬਣਾਇਆ, 2 ਸੀਟਾਂ ਲੜਾਈਆਂ, ਦੋਨੋਂ ਹਾਰ ਗਏ। ਕੀ ਮਤਲਬ ਹੈ ਮੈਸੇਜ ਪੰਜਾਬ ਦਾ? ਲੋਕ ਚਾਹੁੰਦੇ ਨੇ ਕਿ ਬੰਦਾ ਡਾਇਨਾਮਿਕ ਚਾਹੀਦਾ, ਭਾਵੇਂ ਕੋਈ ਹਿੰਦੂ ਹੋਵੇ, ਭਾਵੇਂ ਕੋਈ ਬੀਸੀ ਹੋਵੇ, ਭਾਵੇਂ ਕੋਈ ਐਸਸੀ ਹੋਵੇ, ਦੇ ਲੁੱਕ ਫॉर ਡਾਇਨਾਮਿਜ਼ਮ। ਸੋ ਮੈਨੂੰ ਕੋਈ ਕਾਲ ਨਹੀਂ ਹੈਗੀ। ਉਹ ਜੇ ਮੇਰੀ ਕਿਸਮਤ 'ਚ ਕੁਛ ਲਿਖਿਆ
ਉਹ ਆਪੇ ਮਿਲ ਜਾਣਾ ਕੰਮ ਪਰ ਕਰਨ ਖੈਰ ਸਾਹਿਬ, ਪੰਜਾਬ ਕਾਂਗਰਸ ਦੇ ਬਾਰੇ ਇੱਕ ਵਿਚਾਰ ਚਰਚਾ ਜਿਹੜੀ ਇਹੀ ਹੈ ਕਿ ਖਾਸ ਕਰ ਸਾਡੇ ਮੀਡੀਆ ਦੇ ਵਿੱਚ ਜਾਂ ਸਿਆਸੀ ਗਲਿਆਰਿਆਂ ਦੇ ਵਿੱਚ ਕਿ ਕਾਂਗਰਸ ਨੇ ਬਜਾਏ ਇਸ ਦੇ ਕਿ ਅਕਾਲੀ ਦਲ ਵਾਂਗੂ ਇੰਟਰੋਸਪੈਕਸ਼ਨ ਵੱਲ ਫੋਕਸ ਕਰਦੀ, ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਜਿਹੜਾ ਹੈ ਅਟੈਕ ਕਰਨੇ ਲਗਾਤਾਰ ਸ਼ੁਰੂ ਕਰ ਦਿੱਤੇ ਨੇ। ਇਹ ਨਹੀਂ ਦੇਖਿਆ ਕਿ ਅਸੀਂ ਕਿਉਂ ਹਾਰੇ ਹਾਂ। ਐਡੀ ਮੈਜੋਰਟੀ 2017 'ਚ ਮਿਲੀ ਹੈ, ਹਾਲਾਂਕਿ ਤੁਸੀਂ ਜੁਮਾ ਇਲੈਕਸ਼ਨ ਤੋਂ ਪਹਿਲਾਂ ਹੀ ਸ਼ਾਮਲ ਹੋਏ ਹੋ, ਪਰ ਤੁਸੀਂ ਕਾਂਗਰਸ ਨੂੰ ਜਾਣਦੇ ਹੋ। ਇਸ ਬਾਰੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਕਿ ਲੱਗਦਾ ਕਿ ਕਾਂਗਰਸ ਖਤਾ ਖਾ ਰਹੀ ਹੈ ਇੰਨੀ ਕਾਹਲੀ ਕਰਕੇ। ਚਾਹੀਦਾ ਤਾਂ ਹੈ ਜ਼ਰੂਰ ਦੇਖਿਆ ਨਹੀਂ ਕਿਸੇ ਨੇ। ਇੱਕ ਵਾਰ ਅੰਦਰ ਝਾਤ ਮਾਰਨੀ ਚਾਹੀਦੀ। ਜੇ ਤੁਸੀਂ ਥੋੜਾ ਗੌਰ ਕਰੋਗੇ, ਸੋਨੀਆ ਗਾਂਧੀ ਜੀ ਨੇ ਇੱਕ ਅਜੇ ਮਾਕਨ ਦੇ ਤਹਿਤ ਕਮੇਟੀ ਬਣਾਈ ਹੈ ਜੀ। ਉਹ ਹਾਲੇ ਤੱਕ ਤਾਂ ਨਹੀਂ ਚੰਗੀ ਤਰ੍ਹਾਂ ਕਿਸੇ ਨੂੰ ਉਹਨਾਂ ਨੇ ਬੁਲਾ ਬਲੂ ਕੇ ਪੁੱਛਿਆ। ਉਹ ਪੁੱਛਣਗੇ ਤਾਂ ਉਹਨਾਂ ਨੂੰ ਪੂਰੇ ਜਾਣਕਾਰੀ ਹੋ ਜੂ ਕਿ ਕਿਉਂ ਹਾਰੇ ਆ। ਜਾਣਕਾਰੀ ਹਾਸਲ ਕਰਨੀ ਆਪਣੀ ਬਹੁਤ ਜ਼ਰੂਰੀ ਹੈ। ਪਹਿਲਾਂ ਮੈਨੂੰ ਪਤਾ ਲੱਗੂ ਆਪਣੀ ਕਮਜ਼ੋਰੀ, ਤਾਂ ਹੀ ਮੈਂ ਆਪਣੇ ਆਪ ਨੂੰ ਠੀਕ ਕਰੂੰਗਾ ਨਾ, ਫਿਰ ਮੈਂ ਆਪਣੇ ਓਪੋਨੈਂਟ ਨਾਲ ਤਾਂ ਫੇਰ ਹੀ ਲੜ ਸਕੂੰਗਾ ਜੀ। ਇਸ ਕਰਕੇ ਇੰਟਰੋਸਪੈਕਸ਼ਨ ਐਂਡ ਕਰੈਕਟਿਵ ਮੈਜਰਸ ਇਹ ਕਾਂਗਰਸ ਨੂੰ ਸੋਚਣੇ ਵੀ ਚਾਹੀਦੇ ਤੇ ਲੈਣੇ ਵੀ ਚਾਹੀਦੇ। ਖੈਰ ਸਾਹਿਬ, ਆਖਰੀ ਸਵਾਲ ਹੈ, ਇਮਾਨਦਾਰੀ ਨਾਲ ਜਵਾਬ ਮੈਂ ਚਾਹਾਂਗਾ ਤੁਹਾਡੇ ਤੋਂ ਐਕਸਪੈਕਟ ਕਰਾਂਗਾ ਕਿ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਨਹੀਂ ਆਈ ਸੀ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਸ਼ਾਇਦ ਪੰਜਾਬ 'ਚੋਂ ਜਾਏਗੀ ਨਹੀਂ, ਪਰ ਮਹੀਨੇ ਦੇ ਅੰਦਰ ਅੰਦਰ ਹੀ ਇਹ ਲੱਗਣ ਲੱਗ ਪਿਆ ਕਿ ਕਦੇ ਹੁਣੇ ਨਾ ਚਲੀ ਜਾਵੇ। ਖੈਰ, ਸਵਾਲ ਇਹ ਹੈ ਕਿ ਜਿਸ ਤਰ੍ਹਾਂ ਅਕਾਲੀ ਦਲ ਹੁਣ ਬਿਲਕੁਲ ਹਾਸ਼ੀਏ ਤੇ ਚਲਾ ਗਿਆ ਹੈ, ਕਾਂਗਰਸ ਦਾ ਫਿਊਚਰ ਬ੍ਰਾਈਟ ਲੱਗ ਰਿਹਾ ਹੈ, ਤਾਂ ਕਾਂਗਰਸ ਕੀ ਇਸ ਚੀਜ਼ ਨੂੰ ਫੋਕਸ ਕਰਕੇ ਚੱਲ ਰਹੀ ਹੈ ਹੁਣ ਅੱਗੇ ਵਾਸਤੇ? ਦੇਖੋ ਹਾਲੇ ਤੱਕ ਤਾਂ ਕੋਈ 100% ਸਟ੍ਰੈਟਜੀ ਨਹੀਂ ਬਣੀ। ਬੈਠ ਕੇ ਸਟ੍ਰੈਟਜੀ ਬਣਾਉਣੀ ਚਾਹੀਦੀ ਸਾਨੂੰ। ਕਾਰਨ ਇਹ ਆ ਕਿ ਜਿਹੜੀ ਪੰਜਾਬ ਹੈ ਨਾ, ਮੈਂ ਜਿੱਦਾਂ ਕਿਹਾ ਕਿ ਇਹ ਵਿਲੱਖਣ ਸਟੇਟ ਹੈ। ਤੁਸੀਂ ਸਾਰੇ ਭਾਰਤ ਵਿੱਚ ਦੇਖੋ ਮੋਦੀ ਦਾ ਕਿੰਨਾ ਜਾਦੂ ਚੱਲ ਰਿਹਾ ਵਾ। ਪੰਜਾਬ ਨੇ ਨਹੀਂ ਚੱਲਣ ਦਿੱਤਾ, ਨਾ ਪਹਿਲਾਂ 14 ਚੱਲਣ ਦਿੱਤਾ, ਨਾ 19 ਚੱਲਣ ਦਿੱਤਾ। ਠੀਕ ਹੈ, ਕੇਜਰੀਵਾਲ ਇੱਥੇ ਆ ਗਿਆ ਬਿਕੋਜ਼ ਲੋਕਾਂ ਨੂੰ ਗੁੱਸਾ ਸੀ। ਇਹ ਕੋਈ ਬਹੁਤ ਕੇਜਰੀਵਾਲ ਦੇ ਪੋਜ਼ਿਟਿਵ ਵੋਟ ਨਹੀਂ ਗਈ। ਲੋਕਾਂ ਨੇ ਦੋਨਾਂ ਪਾਰਟੀਆਂ ਦੇ ਖਿਲਾਫ ਪੜਾਸ ਕੱਢੀ, ਲੋਕਾਂ ਨੇ ਗੁੱਸੇ ਨਾਲ ਵੋਟਾਂ ਪਾਈਆਂ। ਕੈਂਡੀਡੇਟ ਤਾਂ ਦੇਖੇ ਨਹੀਂ ਲੋਕਾਂ ਨੇ, ਇੱਕ ਆਪਸ਼ਨ ਜਿਹੜੀ ਲੱਭੀ ਉਹਨਾਂ ਨੇ ਉਹਨੂੰ ਵੋਟ ਪਾ ਦਿੱਤੀ। ਇਸ ਕਰਕੇ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਅਗਰ ਕੋਈ ਰਸਤਾ ਦਿਖਾਵੇਗਾ ਭਾਰਤ ਵਿੱਚ ਤੇ ਪੰਜਾਬ ਹੀ ਦੁਬਾਰਾ ਦਿਖਾਊਗਾ। ਇੱਥੇ ਗੱਲ ਬੜੀ ਮਸ਼ਹੂਰ ਹੈ ਕਿ ਪੰਜਾਬ ਦੇ ਲੋਕ ਨਾ ਜਦੋਂ ਲੀਡਰ ਨੂੰ ਲਿਆਉਂਦੇ ਨੇ ਨਾ, ਉਹ ਹਾਥੀ ਤੇ ਬਿਠਾ ਕੇ ਲਿਆਉਂਦੇ ਨੇ, ਤੇ ਜਦੋਂ ਭੇਜਦੇ ਨੇ ਗਧੇ ਤੇ ਛੱਡ ਕੇ ਆਉਂਦੇ ਨੇ। ਸੋ ਅਗਰ ਇਹ ਕੰਮ ਗਲਤ ਕਰਨਗੇ, ਜੇ ਆਪ ਖੁਦਰੀਆਂ ਕਰਨਗੇ, ਜੇ ਪੰਜਾਬ ਨੂੰ ਇਹਨਾਂ ਨੇ ਐਵੇਂ ਜਸਟ ਟੇਕ ਇਟ ਫॉर ਅ ਰਾਈਡ ਕੇ ਪੰਜਾਬ ਇਜ਼ ਅ ਵੈਰੀ ਵੈਰੀ ਇਮੋਸ਼ਨਲ ਸਟੇਟ। ਪੰਜਾਬ ਦੇ ਇੰਨੇ ਕੰਪਲਿਕੇਟਿਡ ਪੋਲੀਟੀਕਲ, ਰਿਲੀਜੀਅਸ ਐਂਡ ਸੋਸ਼ਲ ਇਸ਼ੂਜ਼ ਨੇ, ਜਿਹੜਾ ਜਦ ਤੱਕ ਤੁਸੀਂ 100% ਆਪਣਾ ਮਾਈਂਡ ਅਪਲਾਈ ਕਰਕੇ ਨਹੀਂ ਚੱਲੋਗੇ, ਖਤਾ ਖਾਓਗੇ ਤੁਸੀਂ। ਬਿਲਕੁਲ ਦਰੁਸਤ ਗੱਲ ਕਹੀ ਹੈ ਖਹਿਰਾ ਸਾਹਿਬ ਨੇ। ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਪੰਜਾਬ ਇੱਕ ਐਸਾ ਸੂਬਾ ਹੈ, ਪੰਜਾਬੀ ਐਸੇ ਲੋਕ ਨੇ ਦੁਨੀਆ ਦੇ, ਜਿਹੜਾ ਉਹਨਾਂ ਨਾਲ ਦਗਾ ਕਰਦਾ, ਜਿਹੜਾ ਪਿਆਰ ਕਰਦਾ ਉਹਨੂੰ ਤਾਂ ਸਿਰ ਤੇ ਬਿਠਾ ਲੈਂਦੇ ਨੇ, ਪਰ ਜਿਹੜਾ ਦਗਾ ਕਰਦਾ ਉਹ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੋਣ, ਸੁਖਬੀਰ ਸਿੰਘ ਬਾਦਲ ਹੋਣ, ਬਿਕਰਮ ਸਿੰਘ ਮਜੀਠੀਆ ਹੋਣ, ਕੈਪਟਨ ਅਮਰਿੰਦਰ ਸਿੰਘ ਹੋਣ, ਚਰਨਜੀਤ ਸਿੰਘ ਚੰਨੀ ਹੋਣ, ਜੇਕਰ ਕਿਤੇ ਕਿਸੇ ਨੂੰ ਲੱਗੇ ਕਿ ਇਹਨਾਂ ਨੇ ਦਗਾ ਕੀਤਾ ਹੈ, ਜੇ ਲੱਗੇ ਲੋਕਾਂ ਨੂੰ, ਤਾਂ ਲੋਕ ਫਿਰ ਸਬਕ ਸਿਖਾਉਂਦੇ ਨੇ। ਇਹ ਅਗਲੇ ਹੁਕਮਰਾਨਾਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ। ਬਹੁਤ ਸ਼ੁਕਰੀਆ ਖਹਿਰਾ ਸਾਹਿਬ, ਸਾਡੇ ਲਈ ਸਮਾਂ ਕੱਢਣ ਵਾਸਤੇ ਬਹੁਤ ਸ਼ੁਕਰੀਆ ਜੀ।